ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਣਾ ਅੱਜ ਦਾ ਵਿਚਾਰ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ, ਬੰਦੇ ਦੇ ਮਰ ਜਾਣ ਤੋਂ ਬਾਅਦ ਕੀ ਹੁੰਦਾ ਹੈ। ਇਸ ਤੋਂ ਪਹਿਲਾਂ ਵਾਲੇ ਪਾਰਟ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਮੌਤ ਦੇ ਬਹੁਤ ਰੂਪ ਹੁੰਦੇ ਹਨ। ਮੌਤ ਦੇ ਬਹੁਤ ਰੂਪ ਹੁੰਦੇ ਹਨ, ਇਹ ਸੁਣਿਆ ਸੀ ਪਹਿਲਾਂ ਅਸੀਂ। ਹੁਣ ਮੌਤ ਤੋਂ ਬਾਅਦ ਜਦੋਂ ਕਈ ਰੂਪਾਂ 'ਚ ਮੌਤ ਆਉਂਦੀ ਹੈ, ਫਿਰ ਬੰਦਾ ਜਦੋਂ ਮਰ ਜਾਂਦਾ ਜੀਵ, ਤੇ ਉਸ ਤੋਂ ਬਾਅਦ ਕੀ ਹੁੰਦਾ ਹੈ। ਸੋ ਅੱਜ ਦਾ ਆਪਣਾ ਵਿਸ਼ਾ ਹੈ ਮੌਤ ਤੋਂ ਬਾਅਦ ਕੀ ਹੁੰਦਾ ਹੈ। ਸੋ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਅਸੀਂ ਵੀ ਉੱਥੇ ਜਾਣਾ। ਜਿੱਥੇ ਸਾਡੇ ਮਿੱਤਰ ਦੋਸਤ, ਸਾਡੇ ਰਿਸ਼ਤੇਦਾਰ, ਸਾਡੇ ਮਾਂ ਪਿਓ ਅਤੇ ਸਾਡੇ ਪੁਰਖੇ ਚਲੇ ਗਏ ਹਨ, ਅਕਸਰ ਅਸੀਂ ਵੀ ਇੱਕ ਦਿਨ ਇਸ ਫਾਨੀ ਦੁਨੀਆ ਨੂੰ ਛੱਡ ਕੇ ਉੱਥੇ ਚਲੇ ਜਾਣਾ। ਗੁਰਬਾਣੀ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਆਵੋ ਮਿਲੋ ਸਹੇਲੀਓ, ਸੱਚੜਾ ਨਾਮ ਲਏ ਹਾਂ, ਰੋਵੇ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪੇ ਉਥੈ ਜਾਣਾ, ਜਿਸਕਾ ਕੀਆ ਤਿਨਹੀ ਲੀਆ, ਹੋਆ ਤਿਸੈ ਕਾ ਭਾਣਾ। ਜੋ ਤਿਨ ਕਰ ਪਾਇਆ ਸੋ ਆਗੇ ਆਇਆ, ਅਸੀਂ ਕੇ ਹੁਕਮ ਕਰੇਹਾ, ਆਵੋ ਮਿਲੋ ਸਹੇਲੀਓ, ਸੱਚੜਾ ਨਾਮ ਲਏਹਾ। ਸਤਿਗੁਰੂ ਜੀ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 579 ਉੱਤੇ ਸੁਭਾਇਮਾਨ ਹੈ। ਗੁਰੂ ਗ੍ਰੰਥ ਸਾਹਿਬ ਪੇਜ 579। ਸੋ ਇਸ ਸਾਰੇ ਸ਼ਬਦ ਦਾ ਅਰਥ ਹੈ, ਹੇ ਮੇਰੀਓ ਸਖੀਓ ਸਹੇਲੀਓ, ਆਵੋ ਮਿਲੋ ਸਹੇਲੀਓ। ਹੇ ਮੇਰੀਓ ਸਖੀਓ ਸਹੇਲੀਓ, ਆਓ ਆਪਾਂ ਮਿਲ ਕੇ ਸੱਚੇ ਨਾਮ ਦਾ ਸਿਮਰਨ ਕਰੀਏ। ਆਓ ਆਪਣੀ ਦੇਹ ਆਤਮਾ ਦੇ ਸੁਆਮੀ ਵਾਹਿਗੁਰੂ ਨਾਲੋਂ ਵਿਛੜਨ ਤੇ ਬਿਰਲਾਪ ਕਰੀਏ ਅਤੇ ਉਸ ਨੂੰ ਚੇਤੇ ਕਰੀਏ। ਆਓ ਆਪਾਂ ਪ੍ਰਭੂ ਦੀ ਆਰਾਧਨਾ ਕਰੀਏ, ਆਪਣੇ ਹਿਰਦੇ ਵਿੱਚ ਉਸ ਨੂੰ ਸੰਭਾਲੀਏ ਅਤੇ ਮਰਨ ਤੋਂ ਬਾਅਦ ਜਿਸ ਰਸਤੇ ਉੱਤੇ ਅਸੀਂ ਜਾਣਾ ਹੈ, ਉਸ ਪਰਲੋਕ ਵਾਲੇ ਰਸਤੇ ਦਾ ਧਿਆਨ ਧਰੀਏ। ਜੋ ਵਾਹਿਗੁਰੂ ਜੀਵਾਂ ਦੀ ਰਚਨਾ ਕਰਦਾ ਹੈ ਤਾਂ ਉਹਨਾਂ ਦਾ ਨਾਸ਼ ਵੀ ਕਰਦਾ ਹੈ। ਇਹ ਜੋ ਸਾਰਾ ਕੁਝ ਹੁੰਦਾ ਹੈ, ਇਹ ਸਭ ਉਸ ਦੀ ਰਜ਼ਾ ਵਿੱਚ ਹੀ ਹੁੰਦਾ ਹੈ। ਜਿਹੜਾ ਕੁਝ ਉਸਨੇ ਕੀਤਾ ਹੈ ਉਹ ਹੋ ਗਿਆ, ਸਾਡੇ ਸਾਹਮਣੇ ਆ। ਜਿਹੜਾ ਕੁਝ ਉਸ ਵਾਹਿਗੁਰੂ ਨੇ ਕੀਤਾ ਹੈ ਉਹ ਹੋ ਗਿਆ, ਸਾਡੇ ਸਾਹਮਣੇ ਆ। ਫਿਰ ਅਸੀਂ ਕਿਸ ਤਰ੍ਹਾਂ ਵਿਰੋਧ ਵਿੱਚ ਆਪਣਾ ਕੋਈ ਫਰਮਾਨ ਕਰ ਸਕਦੇ ਹਾਂ, ਜਾਂ ਜਿਹੋ ਜਿਹੇ ਅਸੀਂ ਕਰਮ ਕੀਤੇ ਸਨ ਉਹ ਸਾਡੇ ਅੱਗੇ ਆ ਗਏ ਹਨ। ਅਸੀਂ ਉਹਨਾਂ ਕਰਮਾਂ ਦਾ ਹੀ ਫਲ ਭੋਗ ਰਹੇ ਹਾਂ।
ਫਿਰ ਅਸੀਂ ਉਸ ਦੇ ਹੁਕਮ ਵਿੱਚ ਆਪਣੀ ਮਰਜ਼ੀ ਕਿਵੇਂ ਕਰ ਸਕਦੇ ਹਾਂ। ਇਸ ਵਾਸਤੇ ਹੀ ਸਹੇਲਿਓ, ਆਓ ਆਪਾਂ ਰਲ ਮਿਲ ਕੇ ਵਾਹਿਗੁਰੂ ਦੇ ਸੱਚੇ ਨਾਮ ਨੂੰ ਹੀ ਸਿਮਰੀਏ। ਸੋ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਦਾ ਸੰਪੂਰਨ ਅਰਥ ਸੀ। ਸੋ ਪਿਆਰੀ ਸਾਧ ਸੰਗਤ ਜੀ, ਅਸੀਂ ਇਸ ਸਿਰਲੇਖ ਵਿੱਚ ਜੋ ਅਸੀਂ ਸਰਵਣ ਕਰ ਰਹੇ ਹਾਂ ਕਿ ਮੌਤ ਦੇ ਬਾਅਦ ਕੀ ਹੁੰਦਾ ਹੈ, ਇਸ ਸਿਰਲੇਖ ਵਿੱਚ ਜੋ ਹਿੰਦੂ ਮਤ ਦੇ ਪ੍ਰਮਾਣ ਲਏ ਹਨ, ਇਸ ਸਿਰਲੇਖ ਵਿੱਚ ਜੋ ਹਿੰਦੂ ਮਤ ਦੇ ਪ੍ਰਮਾਣ ਲਏ ਹਨ, ਉਹ ਸ਼ਿਵ ਪੁਰਾਣ ਜਾਂ ਗਰੜ ਪੁਰਾਣ ਵਰਗੇ ਕਿਸੇ ਮਹਾਨ ਗ੍ਰੰਥ ਵਿੱਚੋਂ ਹੀ ਲਏ ਗਏ ਹਨ। ਇਸ ਵਿਚਾਰ ਵਿੱਚ ਵਰਤੀਆਂ ਗਈਆਂ ਚੌਪਾਈਆਂ ਸ਼੍ਰੀ ਹਰੀ ਨਾਰਾਇਣ ਗ੍ਰੰਥ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਚੌਪਾਈਆਂ ਦੇ ਥੱਲੇ ਕਿਸੇ ਪੁਰਾਣ ਜਾਂ ਕਿਸੇ ਸ਼ਾਸਤਰ ਦਾ ਹਵਾਲਾ ਨਹੀਂ ਹੈ, ਪਰ ਇਹ ਸਾਰੀਆਂ ਚੌਪਾਈਆਂ ਕਿਸੇ ਮਹਾਨ ਗ੍ਰੰਥ ਰਚయిਤਾ ਵੱਲੋਂ ਗਰੜ ਪੁਰਾਣ ਦੀ ਤਰਜ਼ ਉੱਤੇ ਲਿਖੀਆਂ ਗਈਆਂ ਹਨ। ਜਿਵੇਂ ਜੀਵ ਦੇ ਮਰ ਜਾਣ ਤੋਂ ਬਾਅਦ ਗਰੜ ਪੁਰਾਣ ਵਿੱਚ ਕੁਝ ਐਸਾ ਹੀ ਲਿਖਿਆ ਹੈ ਕਿ ਜੀਵ ਮਰ ਕੇ ਕਿਹੜੇ ਕਿਹੜੇ ਰਸਤਿਆਂ ਰਾਹੀਂ ਦੁਖੀ ਹੋ ਕੇ ਧਰਮਰਾਜ ਦੀ ਨਗਰੀ ਵਿੱਚ ਪਹੁੰਚਦਾ। ਆਪਾਂ ਇਹਨਾਂ ਚੌਪਾਈਆਂ ਦੇ ਵਿਚਾਰਾਂ ਨੂੰ ਅਤੇ ਗੁਰਬਾਣੀ ਦੇ ਵਿਚਾਰਾਂ ਨੂੰ ਮਿਲਾ ਕੇ ਇਹ ਦੇਖਣਾ ਹੈ ਅਤੇ ਵਿਚਾਰ ਕਰਨੀ ਹੈ ਕਿ ਮਰ ਜਾਣ ਤੋਂ ਬਾਅਦ ਹਰ ਧਰਮ ਦੇ ਹਰ ਮਨੁੱਖ ਨਾਲ ਵਰਤਾਰਾ ਤਾਂ ਭਾਵੇਂ ਇੱਕੋ ਜਿਹਾ ਹੀ ਹੁੰਦਾ ਹੈ। ਮਰ ਜਾਣ ਤੋਂ ਬਾਅਦ ਹਰ ਧਰਮ ਦੇ ਹਰ ਮਨੁੱਖ ਨਾਲ ਵਰਤਾਰਾ ਤਾਂ ਭਾਵੇਂ ਇੱਕੋ ਜਿਹਾ ਹੀ ਹੁੰਦਾ ਹੈ, ਪਰ ਹਿੰਦੂ ਮਤ ਵਿੱਚ ਇਸ ਵਰਤਾਰੇ ਤੋਂ ਛੁਟਕਾਰਾ ਪਾਉਣ ਲਈ ਕਰਮ ਕਾਂਡਾਂ ਦਾ ਸਹਾਰਾ ਲਿਆ ਗਿਆ। ਪਰ ਗੁਰਬਾਣੀ ਅੰਦਰ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਵਾਹਿਗੁਰੂ ਦਾ ਸਿਮਰਨ ਕਰਨ ਲਈ ਆਖਿਆ ਗਿਆ। ਵਾਹਿਗੁਰੂ ਦੇ ਨਾਮ ਦੀ ਰਾਸ ਹੀ ਜੀਵ ਦੇ ਅੰਤ ਵੇਲੇ ਸਹਾਈ ਹੁੰਦੀ ਹੈ। ਗੁਰਬਾਣੀ ਦੇ ਅਨੁਸਾਰ, ਸਿੱਖੀ ਦੇ ਅਨੁਸਾਰ ਕਿੰਨੇ ਹੀ ਜੀਵ ਇਸ ਸੰਸਾਰ ਵਿੱਚ ਆਉਂਦੇ ਹਨ ਅਤੇ ਕਿੰਨੇ ਹੀ ਆ ਕੇ ਚਲੇ ਜਾਂਦੇ ਹਨ, ਪਰ ਅਸੀਂ ਇਸ ਗੱਲ ਉੱਤੇ ਹੀ ਵਿਚਾਰ ਕਰਨੀ ਹੈ ਕਿ ਵਾਰੀ-ਵਾਰੀ ਕੌਣ ਆਉਂਦਾ ਜਾਂਦਾ ਹੈ, ਵਾਰੀ-ਵਾਰੀ ਕੌਣ ਮਰਦਾ ਜਾਂਦਾ। ਇਸ ਪ੍ਰਥਾਏ ਗੁਰੂ ਸਾਹਿਬ ਜੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਹਨ, ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਚੋਟਾਂ ਖਾਵੈ। ਜਿਤਨੇ ਨਰਕ ਸੇ ਮਨਮੁਖ ਭੋਗੇ। ਸਤਿਗੁਰੂ ਜੀ ਦਾ ਬਚਨ ਹੈ, ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਚੋਟਾਂ ਖਾਵੈ। ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਸਤਿਗੁਰਾਂ ਜੀ ਦਾ ਇਹ ਪਾਵਨ ਬਚਨ ਮਾਰੂ ਸੋਹਿਲਾਂ ਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1073 1073। ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਜੋ ਗੁਰੂ ਤੋਂ ਬੇਮੁਖ ਹਨ ਉਹੀ ਵਾਰੀ-ਵਾਰੀ ਜਨਮ ਲੈਂਦੇ ਆ ਅਤੇ ਵਾਰੀ-ਵਾਰੀ ਮਰ ਕੇ ਜਮਾਂ ਦੀ ਮਾਰ ਖਾਂਦੇ ਆ। ਧਰਮਰਾਜ ਦੇ ਬਣਾਏ ਜਿੰਨੇ ਵੀ ਨਰਕ ਹਨ ਉਹ ਸਾਰੇ ਨਰਕ ਮਨਮੁਖ ਹੀ ਭੋਗਦੇ ਹਨ। ਗੁਰਮੁਖਾਂ ਨੂੰ ਮਾਸਾ ਭਰ ਵੀ ਨਰਕਾਂ ਦਾ ਸੰਤਾਪ ਨਹੀਂ ਲੱਗਦਾ। ਪਰ ਜੇ ਜਾਣਿਆ ਜਾਏ ਕਿ ਮਨਮੁਖ ਕਿਹੋ ਜਿਹੇ ਹੁੰਦੇ ਹਨ ਅਤੇ ਕੌਣ ਹੁੰਦੇ ਹਨ, ਉਸ ਪ੍ਰਥਾਏ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਹਨ, ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ।
ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬੁੱਧ ਬਾਧਾ ਚੋਟਾਂ ਖਾਵੈ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਧਾ ਚੋਟਾਂ ਖਾਵੈ। ਇਹੋ ਜਿਹੇ ਹੁੰਦੇ ਹਨ ਮਨਮੁਖ। ਭਾਵ ਕਿ ਉਹ ਮਨਮੁਖ ਉਹ ਹੁੰਦੇ ਹਨ ਜੋ ਆਪਣੇ ਮੂੰਹ ਵਿੱਚੋਂ ਤਾਂ ਅੰਮ੍ਰਿਤ ਵਰਗੇ ਮਿੱਠੇ ਬੋਲ ਬੋਲਦੇ ਹਨ, ਪਰ ਹਿਰਦੇ ਵਿੱਚ ਈਰਖਾ ਅਤੇ ਛਲ ਕਪਟ ਰੱਖਦੇ ਹਨ। ਐਸੇ ਮਨੁੱਖਾਂ ਨੂੰ ਹੀ ਮਨਮੁਖ ਆਖਿਆ ਜਾਂਦਾ। ਐਸੇ ਮਨੁੱਖ ਹੀ ਜਮਪੁਰੀ ਵਿੱਚ ਆਪਣੇ ਹੀ ਪਾਪਾਂ ਕਰਕੇ ਬੱਝੇ ਹੋਏ ਜਮਾਂ ਦੀ ਮਾਰ ਖਾਂਦੇ ਹਨ। ਸੋ ਆਓ ਹੁਣ ਆਪਾਂ ਅਸਲੀ ਮੁੱਦੇ ਤੇ ਆਉਂਦੇ ਹਾਂ ਕਿ ਜੀਵ ਦੇ ਮਰ ਜਾਣ ਤੋਂ ਬਾਅਦ ਅੱਗੇ ਉਸ ਦੀ ਆਤਮਾ ਦੇ ਨਾਲ ਕੀ ਹੁੰਦਾ। ਇਹ ਮਿਰਤੂ ਲੋਕ ਤੋਂ ਜਮਪੁਰੀ ਤੱਕ ਜੀਵ ਆਤਮਾ ਨੂੰ 8 ਪੜਾਵਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਆਪਾਂ ਹਿੰਦੂ ਮਤ ਦੇ ਅਨੁਸਾਰ ਚੌਪਾਈਆਂ ਦਾ ਵਿਖਿਆਨ ਕਰਾਂਗੇ ਅਤੇ ਇਸ ਦੇ ਨਾਲ ਹੀ ਗੁਰਬਾਣੀ ਦੇ ਆਧਾਰ ਉੱਤੇ ਗੁਰਮਤਿ ਦਾ ਵਿਖਿਆਨ ਵੀ ਕਰਾਂਗੇ। ਦੋਵਾਂ ਦਾ ਨਿਸਤਾਰਾ ਕਰਾਂਗੇ ਤੇ ਦੋਵਾਂ ਦੇ ਵਿੱਚ ਫਰਕ ਕੀ ਹੈ। ਭਾਵੇਂ ਰਸਤਾ ਇੱਕੋ ਹੀ ਹੈ, ਪਰ ਫਰਕ ਕੀ ਹੈ। ਹਿੰਦੂ ਰੀਤੀ ਦੇ ਅਨੁਸਾਰ ਜਿਹੜੀਆਂ ਚੌਪਾਈਆਂ ਦੀ ਆਪਾਂ ਗੱਲ ਕਰਦੇ ਹਾਂ, ਗਰੜ ਪੁਰਾਣ ਦੀ ਤਰਜ਼ ਦੇ ਉੱਤੇ ਲਿਖੀਆਂ ਗਈਆਂ ਹਨ, ਸ਼ਿਵ ਪੁਰਾਣ ਦੀ ਤਰਜ਼ ਉੱਤੇ ਲਿਖੀਆਂ ਗਈਆਂ ਹਨ। ਸੋ ਉਸ ਦੀ ਪਹਿਲੀ ਚੌਪਾਈ ਹੈ, ਉਸ ਵਿੱਚ ਲਿਖਿਆ ਹੈ ਕਿ ਸਹਿਸ 86 ਜੋਜਨ ਦੂਰੀ, ਸਹਿਸ 86 ਜੋਜਨ ਦੂਰੀ, ਮਿਰਤੂ ਲੋਕ ਤੇ ਜਮਪੁਰੀ, 8 ਠੌਰ ਪੰਥ ਮੇ ਭਾਰੀ, ਘੋਰ ਕਸ਼ਟ ਪਾਵੈ ਨਰ ਨਾਰੀ। ਇਹ ਹਿੰਦੂ ਰੀਤੀ ਦੇ ਅਨੁਸਾਰ ਬਚਨ ਆ, ਜਿਨ੍ਹਾਂ ਦਾ ਅਰਥ ਹੈ ਕਿ ਜਿਸ ਧਰਤੀ ਉੱਤੇ ਅਸੀਂ ਰਹਿ ਰਹੇ ਹਾਂ ਇਸ ਨੂੰ ਮਿਰਤੂ ਲੋਕ ਕਿਹਾ ਜਾਂਦਾ ਹੈ। ਇਸ ਨੂੰ ਅਸੀਂ ਮਾਤ ਲੋਕ ਵੀ ਕਹਿੰਦੇ ਹਾਂ, ਮਿਰਤੂ ਲੋਕ ਵੀ ਕਹਿੰਦੇ ਹਾਂ। ਸੋ ਇਸ ਨੂੰ ਮਿਰਤੂ ਲੋਕ ਆਖਿਆ ਜਾਂਦਾ ਹੈ। ਸ਼ਾਸਤਰਾਂ ਦੇ ਵਿੱਚ ਮਿਰਤੂ ਲੋਕ ਸ਼ਬਦ ਵਰਤਿਆ, ਮਾਤ ਲੋਕ ਸ਼ਬਦ ਵੀ ਵਰਤਿਆ। ਮਰਨ ਤੋਂ ਬਾਅਦ ਜਿੱਥੇ ਸਾਡੇ ਚੰਗੇ ਬੁਰੇ ਕਰਮਾਂ ਦਾ ਲੇਖਾ ਹੁੰਦਾ ਹੈ ਉਸ ਨੂੰ ਜਮਪੁਰੀ ਆਖਿਆ ਜਾਂਦਾ ਹੈ, ਧਰਮਰਾਜ ਦੀ ਪੁਰੀ ਵੀ ਆਖਿਆ ਜਾਂਦਾ ਹੈ, ਜਾਂ ਧਰਮਰਾਜ ਦਾ ਦਰਬਾਰ ਵੀ ਆਖਿਆ ਜਾਂਦਾ ਹੈ। ਸੋ ਇਸ ਮਿਰਤੂ ਲੋਕ ਤੋਂ ਜਮਪੁਰੀ 86,000 ਯੋਜਨ ਦੂਰ ਹੈ। ਯਾਨੀ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੋਂ ਲੈ ਕੇ ਜਿੱਥੇ ਧਰਮਰਾਜ ਸਾਡਾ ਲੇਖਾ ਜੋਖਾ ਕਰਦਾ, ਜਿੱਥੇ ਮਰ ਕੇ ਅਸੀਂ ਜਾਣਾ ਹੈ, ਇਹ ਡਿਸਟਾਂਸ, ਟੋਟਲ ਡਿਸਟਾਂਸ 86,000 ਯੋਜਨ ਹੈ ਇਸ ਧਰਤੀ ਤੋਂ। ਸੋ ਯੋਜਨ ਕਿਸ ਨੂੰ ਕਹਿੰਦੇ ਹਨ? ਯੋਜਨ ਕੀ ਹੁੰਦਾ? ਪੁਰਾਣੀਆਂ ਗਿਣਤੀਆਂ, ਅੱਜ ਕੱਲ੍ਹ ਤੇ ਕਿਲੋਮੀਟਰ ਆ ਗਏ। ਪੁਰਾਣੀਆਂ ਗਿਣਤੀਆਂ ਦੇ ਵਿੱਚ ਯੋਜਨ ਹੁੰਦੇ ਸੀਗੇ। ਸੋ ਇੱਕ ਯੋਜਨ 4 ਕੋਹ ਦਾ ਹੁੰਦਾ ਹੈ। ਇੱਕ ਯੋਜਨ 4 ਕੋਹ ਦਾ ਹੁੰਦਾ ਹੈ, ਜਾਂ ਕੱਚੇ 4 ਮੀਲ ਦਾ ਹੁੰਦਾ ਹੈ। ਜਿਵੇਂ ਆਪਾਂ ਕਹਿ ਦਿੰਦੇ ਵੀ ਮੀਲ ਤੇ ਕਿਲੋਮੀਟਰ ਦੇ ਵਿੱਚ ਫਰਕ ਹੁੰਦਾ ਹੈ। ਪੁਰਾਣੇ ਮੀਲ ਹੁੰਦੇ ਸੀਗੇ ਤਾਂ ਅੱਜ ਕੱਲ੍ਹ ਕਿਲੋਮੀਟਰ ਕਹਿੰਦੇ। ਜਿਹੜਾ ਕਿਲੋਮੀਟਰ ਉਹ ਮੀਲ ਨਾਲੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ। ਸੋ ਜਿਹੜਾ ਇੱਕ ਯੋਜਨ ਹੁੰਦਾ ਹੈ ਉਹ 4 ਕੋਹ ਦਾ ਹੁੰਦਾ ਹੈ, ਜਾਂ 4 ਮੀਲ ਕਹਿ ਲਓ, 4 ਮੀਲ ਦਾ ਹੁੰਦਾ ਹੈ। 86,000 ਯੋਜਨ ਦਾ 3,44,000 ਕੋਹ ਜਾਂ ਕਿਲੋਮੀਟਰ ਬਣਦਾ ਹੈ। 86,000 ਯੋਜਨ ਜਿਹੜਾ ਹੈ ਉਹ ਡਿਸਟਾਂਸ, ਉਸ ਦੀ ਗਿਣਤੀ ਟ੍ਰਾਂਸਲੇਸ਼ਨ ਕਰੀਏ ਤਾਂ 3,44,000 ਕਿਲੋਮੀਟਰ ਬਣਦਾ ਹੈ। ਇੱਥੋਂ ਮਾਤ ਲੋਕ ਤੋਂ ਮਿਰਤੂ ਲੋਕ ਤੋਂ ਜਮਪੁਰੀ, ਮਾਤ ਲੋਕ ਤੋਂ ਧਰਮਰਾਜ ਦੀ ਪੁਰੀ ਜਿੱਥੇ ਮਰ ਕੇ ਅਸੀਂ ਜਾਣਾ ਹੈ, ਉਹ ਅੱਜ ਦੇ ਕਿਲੋਮੀਟਰ ਦੇ ਹਿਸਾਬ 3,44,000 ਕਿਲੋਮੀਟਰ ਬਣਦਾ।
ਅਸਲ ਵਿੱਚ ਯੋਜਨ ਦਾ ਅਰਥ ਇਸ ਤਰ੍ਹਾਂ ਗਿਣਦੇ ਸੀ ਪੁਰਾਣੇ ਬੰਦੇ ਕਿ ਯੋਜਨ ਦਾ ਮੂਲ ਅਰਥ ਹੈ ਜੋਤਣਾ ਹੁੰਦਾ ਹੈ। ਜੋਤਣਾ ਮਤਲਬ ਹੁੰਦਾ ਵੀ ਪੁਰਾਣੇ ਸਮੇਂ ਦੇ ਵਿੱਚ ਬੈਲਾਂ ਦੀ ਇੱਕ ਜੋਤ, ਯਾਨੀ ਕਿ ਦੋ ਬੈਲ, ਜੋਤ ਦਾ ਮਤਲਬ ਦੋ ਬਲਦ, ਦੋ ਬੈਲ ਗੱਡਾ ਲੈ ਕੇ ਜਾਂਦੇ ਸਨ। ਇੱਕ ਜੋਤ ਜਿੱਥੋਂ ਤੱਕ ਗੱਡਾ ਲੈ ਕੇ ਚਲੀ ਜਾਂਦੀ ਸੀ, ਯਾਨੀ ਕਿ ਬੈਲਾਂ ਦੀ ਇੱਕ ਜੋੜੀ ਇੱਕ ਗੱਡਾ ਲੈ ਕੇ ਜਿੱਥੋਂ ਤੱਕ ਚਲੀ ਜਾਂਦੀ ਸੀ, ਉਤਨੀ ਲੰਬਾਈ ਨੂੰ, ਉਤਨੀ ਲੈਂਥ ਨੂੰ ਇੱਕ ਯੋਜਨ ਆਖਿਆ ਜਾਂਦਾ ਸੀ। ਸੋ ਜਿਹੜੇ ਬਲਦ ਸਨ, ਗੱਡੇ ਨੂੰ ਜੋੜ ਕੇ ਆਪਾਂ ਸਫ਼ਰ ਕਰਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ, ਗੱਡਿਆਂ ਉੱਤੇ ਜਾਂਦੇ ਹੁੰਦੇ ਸੀ ਰਿਸ਼ਤੇਦਾਰੀਆਂ 'ਚ, ਬੈਲਾਂ ਨੂੰ ਜੋੜ ਕੇ ਤਾਂ ਦੂਰ ਦੂਰ ਤੱਕ। ਤਾਂ ਉਹ ਬੈਲ ਗੱਡੇ ਦੀ ਜਿਹੜੀ ਸਵਾਰੀ ਹੁੰਦੀ ਸੀ, ਇੱਕ ਦਿਨ ਦੇ ਵਿੱਚ 4 ਕੋਹ ਕਰਦੀ ਸੀਗੀ, 4 ਕੋਹ ਸਫ਼ਰ ਤੈਅ ਕਰਦੀ ਸੀ। ਅਤੇ 4 ਕੋਹ ਤੋਂ ਬਾਅਦ ਜਦੋਂ 4 ਕੋਹ ਹੋ ਜਾਂਦਾ ਸੀ, ਫਿਰ ਬੈਲਾਂ ਨੂੰ ਆਰਾਮ ਦਿਵਾਇਆ ਜਾਂਦਾ ਸੀ। ਸੋ ਇੱਕ ਬੈਲਾਂ ਦੀ ਜੋੜੀ ਗੱਡਾ ਲੈ ਕੇ ਜਿੰਨਾ ਸਫ਼ਰ ਕਰਦੀ ਹੈ, ਉਤਨੀ ਲੰਬਾਈ ਨੂੰ ਇੱਕ ਯੋਜਨ ਆਖਿਆ ਜਾਂਦਾ ਹੈ। ਸੋ ਕੋਹ ਜਾਂ ਕੋਸ ਅਤੇ ਯੋਜਨ ਦੀ ਗਿਣਤੀ ਅਲੱਗ-ਅਲੱਗ ਦੇਸ਼ਾਂ ਵਿੱਚ ਆਪਣੇ ਆਪਣੇ ਹਿਸਾਬ ਨਾਲ ਕੀਤੀ ਜਾਂਦੀ ਹੈ। ਯੋਜਨ ਦੀ ਗਿਣਤੀ ਜਾਂ ਕੋਹ ਦੀ ਗਿਣਤੀ, ਕਿਲੋਮੀਟਰ ਦੀ ਗਿਣਤੀ, ਮੀਲ ਦੀ ਗਿਣਤੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਆਪਣੇ ਤਰੀਕੇ ਨਾਲ ਕੀਤੀ ਜਾਂਦੀ। ਜਿਵੇਂ ਮਗਧ ਦੇਸ਼ ਵਾਲਿਆਂ ਨੇ 16,000 ਹੱਥ, ਮਤਲਬ ਕਿ 8,000 ਗਜ ਦਾ ਇੱਕ ਯੋਜਨ ਮੰਨਿਆ। ਲੀਲਾਵਤੀ ਵਿੱਚ 32,000 ਹੱਥ ਦਾ ਇੱਕ ਯੋਜਨ ਮੰਨਿਆ। ਚੀਨੀ ਯਾਤਰੀਆਂ ਨੇ 16 ਲੀ ਦਾ ਅਤੇ 40 ਲੀ ਦਾ ਯੋਜਨ ਦੱਸਿਆ। ਸਰ ਏ ਚੁਨਿੰਗਮ ਚਾਈਨਸ, ਸਰ ਏ ਚੁਨਿੰਗਮ ਦੇ ਲੇਖ ਅਨੁਸਾਰ 6 ਲੀ ਦਾ 1 ਮੀਲ ਹੁੰਦਾ। ਸੋ ਇਹ ਚਲੋ ਆਪੋ ਆਪਣੇ ਦੇਸ਼ਾਂ ਦੇ ਅਨੁਸਾਰ, ਕੰਟਰੀ ਦੇ ਅਨੁਸਾਰ, ਆਪਣੇ ਹਿਸਾਬ ਦੇ ਨਾਲ ਹੀ ਕੋਈ ਮੀਲ ਕਿਲੋਮੀਟਰ ਗਿਣਦਾ। ਸੋ ਆਪਾਂ ਆਪਣੀ ਵਿਚਾਰ 'ਤੇ ਆਉਂਦੇ ਹਾਂ। ਜਦੋਂ ਜੀਵ ਆਪਣੇ ਸਰੀਰ ਨੂੰ ਛੱਡਦਾ ਅਤੇ ਧਰਮਰਾਜ ਦੇ ਦਰਬਾਰ ਵਿੱਚ ਪਹੁੰਚਦਾ, ਤਾਂ ਉੱਥੋਂ ਤੱਕ ਪਹੁੰਚਣ ਦੇ ਸਾਰੇ ਰਸਤੇ ਵਿੱਚ ਜੀਵ ਦੇ ਸੂਖਸ਼ਮ ਸਰੀਰ ਨੂੰ 8 ਤਰ੍ਹਾਂ ਦੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ। ਜਮਦੂਤ ਉਸ ਨੂੰ ਸਾਰੇ ਰਸਤੇ ਵਿੱਚ 8 ਤਰ੍ਹਾਂ ਦੀ ਸਜ਼ਾ ਦਿੰਦੇ ਆ। ਉਸ ਨੂੰ 8 ਪੜਾਅ ਕਿਹਾ ਜਾਂਦਾ। ਇਹ ਸਜ਼ਾ ਹਰ ਇਸਤਰੀ ਪੁਰਸ਼ ਨੂੰ ਮਿਲਦੀ ਹੈ ਅਤੇ ਬਹੁਤ ਦੁੱਖ ਪਾਉਂਦੀ ਹੈ ਜੀਵ ਆਤਮਾ। ਹੁਣ ਹਿੰਦੂ ਰੀਤੀ ਦੇ ਅਨੁਸਾਰ, ਸ਼ਾਸਤਰਾਂ ਦੇ ਅਨੁਸਾਰ, ਪੁਰਾਣਾਂ ਦੇ ਅਨੁਸਾਰ ਉਹਨਾਂ ਨੇ ਲਿਖਿਆ ਕਿ 86,000 ਯੋਜਨ ਦੂਰ ਹੈ ਇਸ ਧਰਤੀ ਤੋਂ ਲੈ ਕੇ ਧਰਮਰਾਜ ਦੀ ਪੁਰੀ। ਮਿਰਤੂ ਲੋਕ ਤੋਂ ਲੈ ਕੇ ਜਮਪੁਰੀ 86,000 ਦੂਰ ਹੈ ਇੱਥੋਂ। ਪਰ ਸਤਿਗੁਰਾਂ ਦੀ ਬਾਣੀ ਨੇ ਇਸ ਤਰ੍ਹਾਂ ਲਿਖਿਆ ਇਸ ਪ੍ਰਥਾਏ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਸੁਖਮਨੀ ਸਾਹਿਬ। ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਸ ਦਾ ਅਰਥ ਹੈ ਕਿ ਬੇਸ਼ੱਕ ਹਿੰਦੂ ਮਤ ਵਿੱਚ ਮਾਤ ਲੋਕ ਤੋਂ ਜਮਪੁਰੀ ਦੀਆਂ ਕੋਹਾਂ ਮੀਲਾਂ ਗਿਣੀਆਂ ਗਈਆਂ ਹਨ, ਪਰ ਗੁਰਬਾਣੀ ਨੇ ਇਸ ਧਰਤੀ ਦੀ ਗੱਲ ਤਾਂ ਜ਼ਰੂਰ ਕੀਤੀ ਹੈ, ਲੇਕਿਨ ਉਸ ਰਸਤੇ ਦੀ ਦੂਰੀ ਨੂੰ ਕੋਹਾਂ ਮੀਲਾਂ ਵਿੱਚ ਗਿਣ ਕੇ, ਕੋਹਾਂ ਮੀਲਾਂ ਵਿੱਚ ਨਾ ਗਿਣ ਕੇ ਉਸ ਨੂੰ ਅਣਗਿਣਤ ਕਿਹਾ। ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਮਤਲਬ ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਰਸਤੇ ਦੇ ਉੱਤੇ ਮਰਨ ਤੋਂ ਬਾਅਦ ਅਸੀਂ ਜਾਣਾ, ਉਸ ਰਸਤੇ ਦੀਆਂ ਕੋਹਾਂ ਮੀਲਾਂ ਗਿਣੀਆਂ ਨਹੀਂ ਜਾ ਸਕਦੀਆਂ। ਹਿੰਦੂ ਰੀਤੀ ਨੇ 86,000 ਯੋਜਨ ਉਸ ਦਾ ਡਿਸਟਾਂਸ ਦੱਸ ਦਿੱਤਾ, ਮੀਲ ਕੋਹ ਮਿਣ ਲਏ ਹਨ, ਜਾਂ ਕਹਿ ਲਏ ਉਹਨਾਂ ਨੇ ਮਿਥਿਹਾਸ ਅਨੁਸਾਰ ਲਿਖ ਦਿੱਤਾ। ਪਰ ਗੁਰਬਾਣੀ ਸੱਚ ਦੀ ਗੱਲ ਕਰਦੀ ਹੈ ਕਿ ਉਸ ਦੀਆਂ ਕੋਹਾਂ ਮੀਲਾਂ ਕੁਛ ਨਹੀਂ ਹੈ ਜਿੱਥੇ ਅਸੀਂ ਜਾਣਾ, ਜਿਹੜੇ ਰਸਤੇ 'ਤੇ ਜਾਣਾ। ਅਣਗਿਣਤ ਹੀ ਮੀਲ ਹੈ, ਉਹ ਅਣਗਿਣਤ ਕੋਹਾਂ ਹਨ ਜਿੱਥੇ ਜਿਹੜੇ ਰਸਤੇ ਨੂੰ ਅਸੀਂ ਤੈਅ ਕਰਨਾ।
ਮਨੁੱਖ ਦੇ ਮਰ ਜਾਣ ਤੋਂ ਬਾਅਦ ਉਸ ਦੇ ਸੂਖਸ਼ਮ ਸਰੀਰ ਨੇ ਜਿਸ ਰਸਤੇ ਉੱਤੇ ਜਾਣਾ ਹੈ, ਉਸ ਦੀਆਂ ਕੋਹਾਂ ਜਾਂ ਕਿਲੋਮੀਟਰ ਨਹੀਂ ਹਨ। ਉਸ ਰਸਤੇ ਦੀਆਂ ਕੋਹਾਂ ਮੀਲਾਂ ਤਾਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਉਸ ਅਣਗਿਣਤ ਕੋਹਾਂ ਵਾਲੇ ਰਸਤੇ ਉੱਤੇ ਮਨੁੱਖ ਵੱਲੋਂ ਜਪਿਆ ਗਿਆ ਵਾਹਿਗੁਰੂ ਦਾ ਨਾਮ ਹੀ ਉਸ ਦਾ ਖਜ਼ਾਨਾ ਹੈ। ਨਾਮ ਹੀ ਰਸਤੇ ਵਾਲੇ ਸਾਰੇ ਦੁੱਖ ਜੀਵ ਨੂੰ ਲੱਗਣ ਨਹੀਂ ਦਿੰਦਾ। ਹੁਣ ਆਪਾਂ ਗੱਲ ਕਰਦੇ 8 ਪੜਾਵਾਂ ਦੀ, ਜਿਹੜੇ ਰਸਤੇ ਦੇ ਵਿੱਚ ਜੀਵ ਆਤਮਾ ਜਦੋਂ ਸਰੀਰ ਨੂੰ ਛੱਡਦੀ ਹੈ ਤੇ ਜਮਦੂਤ ਪਕੜ ਕੇ ਲੈ ਕੇ ਜਾਂਦੇ ਆ, ਤੇ ਰਸਤੇ ਦੇ ਵਿੱਚ 8 ਤਰ੍ਹਾਂ ਦੇ ਪੜਾਅ ਆਉਂਦੇ ਆ। ਯਾਨੀ ਕਿ ਉਸ ਦੀ ਪੁਨਿਸ਼ਮੈਂਟ ਚੇਂਜ ਹੁੰਦੀ ਆ ਹਰ ਪੜਾਅ ਤੋਂ। ਹਰ ਸਟੈਪ ਅੱਗੇ ਸਟੈਪ, ਨੈਕਸਟ ਸਟੈਪ ਕੀ ਹੋਏਗਾ, ਨੈਕਸਟ ਸਟੈਪ ਕੀ ਹੋਏਗਾ। ਉਸ ਨੂੰ 8 ਪੜਾਅ ਕਹਿੰਦੇ। 8 ਤਰੀਕਿਆਂ ਦੀ ਸਜ਼ਾ ਮਿਲਦੀ ਰਸਤੇ ਦੇ ਵਿੱਚ। ਹਿੰਦੂ ਰੀਤੀ ਦੇ ਅਨੁਸਾਰ ਲਿਖਿਆ ਹੈ ਕਿ ਪਹਿਲਾ ਪੜਾਅ, ਫਸਟ ਸਟੈਪ, ਪ੍ਰਥਮ ਸਹਿ ਸਿਧਵ ਮੰਜ਼ਲ ਦੋਈ, ਤਹਾਂ ਲੈਤ ਦੁਖ ਸੁਖ ਨਹਿ ਕੋਈ, ਜਿਨਹਿ ਸਤਸੰਗ ਆਯੂ ਬਤਾਈ, ਤਿਨਹਿ ਨਾ ਭੈ ਵਿਆਪੈ ਭਾਈ। ਇਸ ਦਾ ਅਰਥ ਹੈ ਕਿ ਪਹਿਲੇ ਪੜਾਅ ਵਿੱਚ ਮਰ ਜਾਣ ਤੋਂ ਬਾਅਦ ਜੀਵ ਆਤਮਾ ਜਦੋਂ ਫਸਟ ਸਟੈਪ 'ਤੇ ਜਾਂਦੀ ਹੈ ਤਾਂ ਪਹਿਲੇ ਪੜਾਅ ਵਿੱਚ ਪਹਿਲਾਂ 2000 ਯੋਜਨ ਲੰਮਾ ਰਸਤਾ ਹੈ। ਉਹ 2000 ਯੋਜਨ ਲੰਮੇ ਰਸਤੇ ਦੇ ਵਿੱਚ ਉਸ ਨੂੰ ਇੱਕੋ ਹੀ ਤਰ੍ਹਾਂ ਦੀ ਪੇਨ ਹੁੰਦੀ ਹੈ, ਇੱਕੋ ਤਰ੍ਹਾਂ ਦੀ ਪਨਿਸ਼ਮੈਂਟ, ਇੱਕੋ ਤਰ੍ਹਾਂ ਦਾ ਦਰਦ, ਇੱਕੋ ਤਰ੍ਹਾਂ ਦੀ ਸਜ਼ਾ ਰਸਤੇ ਦੇ ਵਿੱਚ ਜਮਦੂਤਾਂ ਵੱਲੋਂ ਮਿਲਦੀ ਹੈ। ਜਿੱਥੇ ਜੀਵ ਕਦੇ ਦੁੱਖ ਮਹਿਸੂਸ ਕਰਦਾ, ਕਦੇ ਸੁੱਖ ਮਹਿਸੂਸ ਕਰਦਾ। ਦੁੱਖ ਦੇ ਕਾਰਨ ਉਸ ਦਾ ਸੂਖਸ਼ਮ ਸਰੀਰ ਬਹੁਤ ਦੁਖੀ ਹੁੰਦਾ ਹੈ। ਹਿੰਦੂ ਰੀਤੀ ਅਨੁਸਾਰ ਜਿਸ ਨੇ ਆਪਣਾ ਜੀਵਨ ਸਤਸੰਗ ਦੇ ਵਿੱਚ ਬਤੀਤ ਕੀਤਾ ਹੈ, ਉਸ ਨੂੰ ਇਹ ਭੈ ਤੇ ਦੁੱਖ ਨਹੀਂ ਲੱਗਦਾ। ਸੋ ਇੱਕ ਗੱਲ ਯਾਦ ਰੱਖੀਏ ਕਿ ਇਹ ਰਸਤੇ ਵਾਲੇ ਦੁੱਖ, ਜਮਦੂਤਾਂ ਦੀ ਮਾਰ, ਧਰਮਰਾਜ ਦਾ ਲੇਖਾ ਜੋਖਾ ਉਹਨਾਂ ਲੋਕਾਂ ਦੇ ਹਿੱਸੇ ਵਿੱਚ ਆਉਂਦਾ ਹੈ ਜਿਹੜੇ ਨਾਮ ਨਹੀਂ ਜਪਦੇ, ਸਤਸੰਗ ਨਹੀਂ ਕਰਦੇ, ਚੰਗੇ ਕਰਮ ਨਹੀਂ ਕਰਦੇ। ਜਿਹੜੇ ਸਤਸੰਗ ਕਰਦੇ ਆ, ਨਾਮ ਜਪਦੇ ਆ, ਚੰਗੇ ਕਰਮ ਕਰਦੇ, ਉਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਫੇਸ ਨਹੀਂ ਕਰਨਾ ਪੈਂਦਾ। ਸੋ ਹਿੰਦੂ ਸ਼ਾਸਤਰਾਂ ਦੇ ਅਨੁਸਾਰ ਲਿਖਿਆ ਕਿ ਪਹਿਲੇ ਪੜਾਅ ਦੇ ਵਿੱਚ, ਪਹਿਲੇ ਸਟੈਪ ਦੇ ਵਿੱਚ ਮਨੁੱਖ ਕਦੇ ਜੀਵ ਆਤਮਾ ਕਦੇ ਦੁੱਖ ਮਹਿਸੂਸ ਕਰਦੀ, ਕਦੇ ਸੁੱਖ ਮਹਿਸੂਸ ਕਰਦੀ ਹੈ। ਇਹ 2000 ਯੋਜਨ ਲੰਮੇ ਰਸਤੇ ਦੇ ਵਿੱਚ ਤਾਂ ਪਰ ਉਹਨਾਂ ਨੇ ਨਾਲ ਇਹ ਵੀ ਲਿਖਿਆ ਕਿ ਉਸ ਬੰਦੇ ਨੂੰ, ਉਸ ਜੀਵ ਆਤਮਾ ਨੂੰ ਕਦੇ ਦੁੱਖ ਸੁੱਖ ਮਹਿਸੂਸ ਨਹੀਂ ਹੁੰਦਾ ਇਸ ਰਸਤੇ 'ਚ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਤਸੰਗ ਕੀਤਾ, ਆਪਣੇ ਜੀਵਨ ਨੂੰ ਸਤਸੰਗ ਦੇ ਵਿੱਚ ਬਤੀਤ ਕੀਤਾ। ਹੁਣ ਗੁਰਬਾਣੀ ਇਸ ਪ੍ਰਥਾਏ ਕੀ ਕਹਿੰਦੀ ਹੈ? ਗੁਰਬਾਣੀ ਦਾ ਬਚਨ ਹੈ ਕਿ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਈ ਹੋ ਦੂਤ। ਅੱਗੇ ਇੱਕ ਹੋਰ ਬਚਨ ਹੈ ਸਤਿਗੁਰੂ ਜੀ ਦਾ, ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਇਸ ਦਾ ਅਰਥ ਹੈ ਕਿ ਧਰਮਰਾਜ ਨੇ ਆਪਣੇ ਦੂਤਾਂ ਨੂੰ ਪਹਿਲਾਂ ਹੀ ਆਖ ਛੱਡਿਆ ਕਿ ਜਿੱਥੇ ਸਾਧੂ ਸੰਤਾਂ ਦਾ ਵਾਸਾ ਹੋਵੇ, ਜਿੱਥੇ ਪਰਮੇਸ਼ਰ ਦੇ ਨਾਮ ਦੀ ਭਜਨ ਬੰਦਗੀ ਹੁੰਦੀ ਹੋਵੇ, ਪ੍ਰਭੂ ਦੇ ਨਾਮ ਦਾ ਕੀਰਤਨ ਹੁੰਦਾ ਹੋਵੇ, ਉਸ ਥਾਂ ਦੇ ਤੁਸੀਂ ਆਸ-ਪਾਸ ਵੀ ਨਹੀਂ ਜਾਣਾ। ਜੇ ਤੁਸੀਂ ਗਲਤੀ ਨਾਲ ਚਲੇ ਵੀ ਗਏ ਤਾਂ ਮੈਂ ਤੁਹਾਨੂੰ ਛੁਡਾ ਨਹੀਂ ਸਕਾਂਗਾ ਅਤੇ ਨਾ ਹੀ ਮੈਂ ਖੁਦ ਛੁੱਟ ਸਕਾਂਗਾ। ਹੁਣ ਵੱਡੇ ਭਾਗਾਂ ਵਾਲੇ ਪ੍ਰਭੂ ਦੇ ਨਾਮ ਸਤਸੰਗਤ ਨੂੰ ਪ੍ਰਾਪਤ ਕਰਦੇ ਹਨ ਅਤੇ ਭਾਗਹੀਣ ਅਤੇ ਖੋਟੇ ਕਰਮਾਂ ਵਾਲੇ ਮਨੁੱਖ ਭਟਕਦੇ ਫਿਰਦੇ ਹਨ ਅਤੇ ਜਮਾਂ ਦੀਆਂ ਚੋਟਾਂ ਖਾਂਦੇ ਹਨ। ਜੀਵ ਕਦੇ ਦੁਖੀ ਹੁੰਦਾ ਅਤੇ ਕਦੇ ਥੋੜ੍ਹਾ ਜਿਹਾ ਸੁੱਖ ਦਾ ਸਾਹ ਲੈਂਦਾ। ਉਹ ਗੱਲ ਇੱਕੋ ਹੀ ਹੈ, ਮਤਲਬ ਗੱਲ ਇੱਕੋ ਹੀ ਕੀਤੀ। ਸ਼ਾਸਤਰਾਂ ਨੇ ਹੋਰ ਤਰੀਕੇ ਨਾਲ ਕੀਤੀ, ਗੁਰਬਾਣੀ ਨੇ ਪਰਮਾਤਮਾ ਨੂੰ ਟੇਕ ਕਰਕੇ ਕੀਤਾ, ਪਰਮਾਤਮਾ ਦੀ ਟੇਕ ਰੱਖ ਕੇ ਹਰੀ ਨਾਮ ਨੂੰ ਅੱਗੇ ਰੱਖਿਆ। ਸੋ
ਉੱਥੇ ਵੀ ਇਹ ਗੱਲ ਕੀਤੀ, ਸਤਿਗੁਰਾਂ ਦੀ ਬਾਣੀ ਨੇ ਵੀ ਇਹ ਗੱਲ ਕੀਤੀ ਹੈ ਕਿ ਜੀਵਨ ਦੇ ਰਸਤੇ, ਮਨੁੱਖ ਦੇ ਰਸਤੇ ਦੇ ਵਿੱਚ, ਜੀਵਨ ਦੇ ਵਿੱਚ ਦੁੱਖ ਸੁੱਖ ਆਉਂਦੇ ਆ। ਮਨੁੱਖ ਸਤਸੰਗ ਤੋਂ ਬਿਨਾਂ ਚੋਟਾਂ ਖਾਂਦਾ, ਜਮਾਂ ਦੀ ਮਾਰ ਖਾਂਦਾ। ਸਤਸੰਗ ਤੋਂ ਬਿਨਾਂ ਜੀਵ ਦੁੱਖ ਤੇ ਸੁੱਖ ਦੁੱਖ ਪਾਉਂਦਾ। ਬੜਭਾਗੀ ਸਤਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਜਿਹੜੇ ਬੜਭਾਗੀ ਮਨੁੱਖ ਹਨ ਉਹ ਸਤਸੰਗ ਕਰਦੇ ਆ। ਮਾੜੇ ਕਰਮਾਂ ਵਾਲੇ ਮਨੁੱਖ ਭਟਕਦੇ ਫਿਰਦੇ ਆ ਅਤੇ ਭਰਮਦੇ ਰਹਿੰਦੇ ਆ, ਜਮਾਂ ਦੀ ਮਾਰ ਖਾਂਦੇ ਆ। ਹੁਣ ਧਰਮਰਾਜ ਨੇ ਇਹ ਗੱਲ ਕਹੀ ਹੈ ਕਿ ਜਿੱਥੇ ਕੀਰਤਨ ਹੁੰਦਾ, ਨਾਮ ਜਪਦੇ, ਉੱਥੇ ਤੁਸੀਂ ਕਦੇ ਵੀ ਨਾ ਜਾਇਓ। ਸੋ ਇਹ ਸਤਸੰਗ ਦੀ ਮਹਾਨਤਾ ਦੱਸੀ। ਫੜ ਕੇ ਲਿਜਾਣਾ ਤਾਂ ਦੂਰ ਦੀ ਗੱਲ ਆ, ਉਹ ਧਰਮਰਾਜ ਕਹਿੰਦਾ ਉਹਦੇ ਨੇੜੇ ਦੇ ਵੀ ਨਾ ਲੰਘਿਓ ਤੁਸੀਂ। ਸੋ ਇਸ ਤਰ੍ਹਾਂ ਹੁਣ ਨੈਕਸਟ ਸਟੈਪ ਜਿਹੜਾ ਸੈਕੰਡ ਸਟੈਪ, ਦੂਜੀ ਚੁਪਾਈ ਸ਼ਾਸਤਰਾਂ ਦੇ ਅਨੁਸਾਰ, ਹਿੰਦੂ ਰੀਤੀ ਅਨੁਸਾਰ ਪਹਿਲਾਂ ਆਪਾਂ ਵਿਚਾਰ ਕਰਦੇ ਹਾਂ ਦੂਜੀ ਚੁਪਾਈ ਦੀ, ਸੈਕੰਡ ਸਟੈਪ ਦੀ। ਆਗੇ ਜੋਜਨ ਅਜੁਤ ਅਪਾਰਾ, ਸਿੰਘ ਭਰੇ ਭੈਂਦੇ ਅਪਾਰਾ, ਜਿਨਹਿ ਦੁਰਗਾ ਸ਼ਰਨ ਨਿਹਾਰੀ, ਤਿਨਹਿ ਸਿੰਘ ਭੈ ਲੱਗੈ ਨਾ ਕਾਰੀ। ਆਗੇ ਯੋਜਨ ਅਜੁਤ ਅਪਾਰਾ। ਅਜੁਤ ਕਹਿੰਦੇ ਹਨ 10,000 ਨੂੰ। ਅਜੁਤ ਦਾ ਅਰਥ ਹੈ 10,000। ਹੁਣ ਦੂਜੇ ਪੜਾਅ ਦੇ ਵਿੱਚ ਦੱਸਿਆ ਹੈ ਕਿ ਅੱਗੇ 10,000 ਯੋਜਨ ਲੰਮਾ ਰਸਤਾ ਆਉਂਦਾ ਹੈ। ਉਸ ਲੰਮੇ ਰਸਤੇ ਵਿੱਚ ਬਹੁਤ ਡਰਾਵਣੇ ਅਤੇ ਭਿਆਨਕ ਸ਼ੇਰਾਂ ਦਾ ਵਾਸ ਹੈ। ਜੀਵ ਦਾ ਇਹ ਸੂਖਸ਼ਮ ਸਰੀਰ ਉਹਨਾਂ ਸ਼ੇਰਾਂ ਕੋਲੋਂ ਡਰਦਾ, ਪਿੱਛੇ ਨੂੰ ਭੱਜਦਾ, ਤਾਂ ਉਸ ਨੂੰ ਜਮਾਂ ਦੀ ਬਹੁਤ ਮਾਰ ਪੈਂਦੀ ਹੈ। ਅੱਗੇ ਜਾਂਦਾ ਤਾਂ ਸ਼ੇਰਾਂ ਦਾ ਡਰ ਹੈ, ਅਤੇ ਜੇ ਪਿੱਛੇ ਜਾਂਦਾ ਤਾਂ ਜੰਮ ਮਾਰਦੇ ਕੁੱਟਦੇ ਹਨ। ਇਸ ਤਰ੍ਹਾਂ ਉਹ ਬੜੀ ਤਕਲੀਫ ਵਿੱਚ ਫਸ ਜਾਂਦਾ ਹੈ। ਹਿੰਦੂ ਰੀਤੀ ਅਨੁਸਾਰ ਇਸ ਤੋਂ ਬਚਣ ਦਾ ਇਹ ਉਪਾਅ ਦੱਸਿਆ ਹੈ ਕਿ ਜੋ ਮਨੁੱਖ ਦੁਰਗਾ ਦੇਵੀ ਦੀ ਸ਼ਰਨ ਵਿੱਚ ਪੈਂਦੇ ਹਨ, ਉਸ ਦਾ ਆਸਰਾ ਤੱਕਦੇ ਹਨ, ਉਹਨਾਂ ਨੂੰ ਇਹਨਾਂ ਭਿਆਨਕ ਸ਼ੇਰਾਂ ਤੋਂ ਡਰ ਨਹੀਂ ਲੱਗਦਾ। ਇਹ ਹਿੰਦੂ ਰੀਤੀ ਦੀ ਵਿਚਾਰ ਹੈ, ਸੈਕੰਡ ਸਟੈਪ। ਸੋ ਆਓ ਹੁਣ ਆਪਾਂ ਦੇਖਦੇ ਹਾਂ ਕਿ ਗੁਰਬਾਣੀ ਵਿੱਚ ਇਸ ਪ੍ਰਥਾਈ ਕੀ ਲਿਖਿਆ। ਗੁਰਮਤਿ ਅਨੁਸਾਰ ਗੁਰਬਾਣੀ ਦਾ ਪ੍ਰਮਾਣ ਇਸ ਪ੍ਰਕਾਰ ਹੈ ਕਿ ਛੂਟਤ ਨਾਹੀ ਕੋਟ ਲਖ ਬਾਹੀ, ਨਾਮ ਜਪਤ ਤੇ ਪਾਰ ਪਰਾਈ। ਸੁਖਮਨੀ ਸਾਹਿਬ। ਛੂਟਤ ਨਾਹੀ ਕੋਟ ਲਖ ਬਾਹੀ, ਨਾਮ ਜਪਤ ਤੇ ਪਾਰ ਪਰਾਹੀ। ਅੱਗੇ ਇੱਕ ਹੋਰ ਬਚਨਾ ਸਤਿਗੁਰਾਂ ਦਾ ਭੈਰੋ ਰਾਗ 'ਚ, ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ। ਸੋ ਜਿਸ ਦਾ ਅਰਥ ਹੈ ਕਿ ਜੇ ਜੀਵ ਕੋਲੇ ਲੱਖਾਂ ਬਾਹਾਂ ਹੋਣ, ਛੂਟਤ ਨਾਹੀ ਕੋਟ ਲਖ ਬਾਹੀ, ਕੋਟ ਲਖ ਬਾਹੀ, ਲੱਖਾਂ ਕਰੋੜਾਂ ਬਾਹਾਂ ਹੋਣ ਜੇ ਜੀਵ ਕੋਲੇ, ਤਾਂ ਵੀ ਉਸ ਡਰ ਭੈ ਤੋਂ ਬਚ ਨਹੀਂ ਸਕਦਾ, ਛੁੱਟ ਨਹੀਂ ਸਕਦਾ। ਪਰ ਜੇ ਉਸਨੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ, ਨਾਮ ਜਪਤ ਤੈ ਪਾਰ ਪਰਾਹੀ, ਜੇ ਉਹਨੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਤਾਂ ਉਹ ਨਿਰਭਉ ਹੋ ਕੇ ਇਸ ਰਸਤੇ ਤੋਂ ਪਾਰ ਹੋ ਜਾਂਦਾ। ਉਹ ਉੱਠਦਾ ਵੀ ਸੁਖੀ ਹੈ ਅਤੇ ਬੈਠਦਾ ਵੀ ਸੁਖੀ ਹੈ, ਕਿਉਂਕਿ ਉਸਨੇ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਈ ਹੈ ਕਿ ਭੈ ਨਾਮ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਇਹ ਸਭ ਪ੍ਰਭੂ ਦੀ ਮਾਇਆ ਹੈ। ਉਸ ਨੂੰ ਕੋਈ ਡਰ ਭਉ ਨਹੀਂ ਲੱਗਦਾ। ਇਹ ਗੱਲ ਉਸਨੇ ਆਪਣੇ ਗੁਰੂ ਕੋਲੋਂ ਚੰਗੀ ਤਰ੍ਹਾਂ ਸਮਝੀ ਹੋਈ ਹੈ। ਜਿਹੜੇ ਗੁਰਬਾਣੀ ਦਾ ਪਾਠ ਕਰਦੇ ਆ, ਉਹਨਾਂ ਨੂੰ ਇਹ ਗੱਲ ਸਮਝ ਆ ਗਈ ਹੈ ਅਤੇ ਉਹਨਾਂ ਨੂੰ ਇਹ ਜਿਹੜੇ ਸ਼ੇਰਾਂ ਸ਼ੂਰਾਂ ਦਾ ਡਰ ਹੈ ਉਹ ਨਹੀਂ ਲੱਗਦਾ। ਸਤਿਗੁਰੂ ਜੀ ਕਹਿੰਦੇ ਬੰਦਾ ਬਲ ਕਰਕੇ ਜਿੰਨਾ ਮਰਜ਼ੀ ਤਾਕਤਵਰ ਹੋਵੇ, ਲੱਖਾਂ ਕਰੋੜਾਂ ਬਾਹਾਂ ਹੋਣ, ਉਹ ਦੁੱਖਾਂ ਤੋਂ, ਤਕਲੀਫਾਂ ਤੋਂ, ਡਰ ਤੋਂ ਕਦੇ ਨਹੀਂ ਛੁੱਟ ਸਕਦਾ। ਪਰ ਜੇ ਪ੍ਰਭੂ ਦਾ ਨਾਮ ਜਪਦਾ ਹੈ ਤੇ ਇਹ ਪਾਰ ਪਰਾਹੀ, ਇਹੋ ਜਿਹੇ ਭਿਆਨਕ ਸ਼ੇਰਾਂ ਵਾਲੇ ਰਸਤੇ ਤੋਂ ਪਾਰ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਗੁਰਬਾਣੀ ਦਾ ਪ੍ਰਮਾਣ ਹੈ। ਸੋ ਰਸਤੇ ਵਿੱਚ ਮਾਰ ਉਹਨਾਂ ਨੂੰ ਪੈਂਦੀ ਹੈ ਅਤੇ ਡਰ ਭੈ ਨਾਲ ਉਹ ਵਿਆਕੁਲ ਹੁੰਦੇ ਹਨ ਜੋ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਹੈ। ਉਹਨਾਂ ਨੂੰ ਡਰ ਲੱਗਦਾ ਹੈ, ਉਹਨਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ ਜੋ ਪ੍ਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਲੱਗੇ ਹੋਏ ਹਨ। ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਹੈ।
ਉਹਨਾਂ ਦਾ ਨਰਕਾਂ ਵਿੱਚ ਵਾਸਾ ਹੁੰਦਾ, ਜਿਹੜੇ ਪ੍ਰਭੂ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਹੋਏ ਹਨ। ਸੋ ਆਓ ਹੁਣ ਆਪਾਂ ਥਰਡ ਸਟੈਪ, ਤੀਜੇ ਪੜਾਅ ਦੀ ਗੱਲ ਕਰਦੇ ਹਾਂ। ਪੁਰਾਣਾਂ ਦੇ ਅਨੁਸਾਰ, ਹਿੰਦੂ ਰੀਤੀ ਦੇ ਅਨੁਸਾਰ, ਹਿੰਦੂ ਰੀਤੀ ਅਨੁਸਾਰ ਤੀਜੇ ਪੜਾਅ ਦੀ ਗੱਲ ਇਸ ਪ੍ਰਕਾਰ ਕੀਤੀ ਗਈ ਹੈ। 8 ਸਹਿਸ ਜੋਜਨ ਮਗ ਆਵੈ, ਪਰੇ ਕਾਂਟ ਪਗ ਮੇਂ ਚੁਭ ਜਾਵੈ, ਕੀਨੋ ਜੋ ਗਜ ਰਥ ਹਜਦਾਨਾ, ਤਿਨੇ ਕਾਂਟ ਸੋ ਫੂਲ ਸਮਾਨਾ। ਇਹ ਤੀਜਾ ਪੜਾਅ। ਸ਼ਾਸਤਰਾਂ ਦੇ ਅਨੁਸਾਰ, ਪੁਰਾਣਾਂ ਦੇ ਅਨੁਸਾਰ ਤੀਜੇ ਪੜਾਅ ਵਿੱਚ ਅੱਗੇ 8000 ਯੋਜਨ ਲੰਮਾ ਰਸਤਾ, 8000 ਯੋਜਨ ਲੰਮਾ ਰਸਤਾ। ਉਸ ਰਸਤੇ ਵਿੱਚ ਕੰਡੇ ਹੀ ਕੰਡੇ ਹਨ। ਜੋ ਜੀਵ ਸੂਖਸ਼ਮ ਸਰੀਰ ਦੇ ਪੈਰਾਂ ਦੇ ਵਿੱਚ ਚੁਭਦੇ ਰਹਿੰਦੇ ਹਨ, ਜੋ ਜੀਵ ਦੇ ਸੂਖਸ਼ਮ ਸਰੀਰ ਦੇ ਪੈਰਾਂ ਵਿੱਚ ਚੁਭਦੇ ਰਹਿੰਦੇ ਹਨ, ਉਸ ਕੋਲੋਂ ਤੁਰਿਆ ਨਹੀਂ ਜਾਂਦਾ, ਤਾਂ ਫਿਰ ਉਹ ਜਮ ਉਸ ਨੂੰ ਉਹਨਾਂ ਕੰਡਿਆਂ ਉਤੋਂ ਦੀ ਘੜੀਸਦੇ ਆ, ਕੰਡਿਆਂ ਉਤੋਂ ਦੀ ਘੜੀਸਦੇ ਹੋਏ ਲੈ ਕੇ ਜਾਂਦੇ ਆ। ਜੀਵ ਦੀ ਆਤਮਾ ਇਸ ਦੁੱਖ ਨਾਲ ਬਹੁਤ ਵਿਆਕੁਲ ਹੁੰਦੀ ਹੈ। ਹਿੰਦੂ ਰੀਤੀ ਅਨੁਸਾਰ ਇਸ ਦਾ ਉਪਾਅ ਇਸ ਪ੍ਰਕਾਰ ਦੱਸਿਆ ਹੈ ਵੀ ਜੇ ਜੀਵ ਨੇ ਇਸ ਕੰਡਿਆਲੇ ਰਸਤੇ ਤੋਂ ਬਚਣਾ ਤਾਂ ਉਹਨੂੰ ਕੀ ਕਰਨਾ ਚਾਹੀਦਾ। ਉਹਦਾ ਉਪਾਅ ਇਸ ਪ੍ਰਕਾਰ ਦੱਸਿਆ ਰੀਤੀ ਦੇ ਅਨੁਸਾਰ ਕਿ ਜੇ ਕਿਸੇ ਜੀਵ ਨੇ ਆਪਣੇ ਜੀਵਨ ਕਾਲ ਵਿੱਚ ਹਾਥੀ ਦਾਨ ਕੀਤਾ ਹੋਵੇ, ਰਥ ਦਾਨ ਕੀਤਾ ਹੋਵੇ ਜਾਂ ਘੋੜਾ ਦਾਨ ਕੀਤਾ ਹੋਵੇ, ਤਾਂ ਉਸ ਨੂੰ ਇਹ ਕੰਡੇ ਵੀ ਫੁੱਲਾਂ ਵਾਂਗ ਮੁਲਾਇਮ ਤੇ ਪੋਲੇ ਪੋਲੇ ਲੱਗਦੇ ਆ। ਦਾਨ ਕਰਨ ਦੀ ਪ੍ਰਥਾ ਸਾਰੇ ਧਰਮਾਂ ਦੇ ਵਿੱਚ ਹੈ, ਸਾਡੇ ਧਰਮ ਦੇ ਵਿੱਚ ਵੀ ਹੈਗੀ ਆ। ਅਸੀਂ ਵੀ ਕਾਰਾਂ ਦਾਨ ਕਰਦੇ ਹਾਂ, ਟਰੱਕ ਦਾਨ ਕਰਦੇ ਹਾਂ। ਕਈ ਵਾਰੀ ਸੁਣਦੇ ਹਾਂ ਕਿ ਫਲਾਣੇ ਕਾਰ ਸੇਵਾ ਵਾਲੇ ਬਾਬਿਆਂ ਦੀ ਡੇਰੇ ਅੱਗੇ ਕੋਈ ਟਰੱਕ ਖੜਾ ਕਰ ਗਿਆ, ਕਾਗਜ਼ ਸਾਰੇ ਉਹਦੇ ਕੰਪਲੀਟ ਟਰੱਕ ਦੇ ਵਿੱਚ ਹੀ ਸੀ, ਚਾਬੀ ਵਿੱਚ ਸੀ। ਜਾਂ ਦਰਬਾਰ ਸਾਹਿਬ ਵਿੱਚ ਲੋਕ ਗੱਡੀਆਂ ਖੜੀਆਂ ਕਰ ਆਉਂਦੇ ਨਵੀਆਂ ਲੈ ਕੇ, ਟਰੱਕ ਖੜੇ ਕਰ ਆਉਂਦੇ ਨਵੇਂ ਲੈ ਕੇ। ਇਸ ਤਰ੍ਹਾਂ ਦਾਨ ਕਰਨ ਦੀ ਪ੍ਰਥਾ, ਅੱਜ ਦੇ ਟਰੱਕ, ਅੱਜ ਦੀਆਂ ਕਾਰਾਂ, ਅੱਜ ਦੀਆਂ ਜੀਪਾਂ, ਸੋ ਉਸ ਸਮੇਂ ਦੇ ਰੱਥ ਹਾਥੀ ਸਮਝ ਲਓ। ਸੋ ਕਹਿੰਦੇ ਹਨ ਕਿ ਸ਼ਾਸਤਰਾਂ ਦੇ ਅਨੁਸਾਰ, ਪੁਰਾਣਾਂ ਅਨੁਸਾਰ, ਕਿ ਜਿਸ ਨੇ ਆਪਣੇ ਜੀਵਨ ਕਾਲ ਦੇ ਵਿੱਚ ਹਾਥੀ ਦਾਨ ਕੀਤਾ ਹੈ, ਰਥ ਦਾਨ ਕੀਤਾ ਹੈ, ਘੋੜਾ ਦਾਨ ਕੀਤਾ ਹੈ, ਉਸ ਨੂੰ ਇਹ ਕੰਡਿਆਲੇ ਰਸਤੇ ਦਾ ਦੁੱਖ ਨਹੀਂ ਲੱਗਦਾ। ਇਹ ਕੰਡਿਆਂ ਵਾਲਾ ਰਸਤਾ ਵੀ ਉਹਨਾਂ ਵਾਸਤੇ ਫੁੱਲਾਂ ਵਾਂਗ ਮੁਲਾਇਮ ਤੇ ਪੋਲਾ ਪੋਲਾ ਮਹਿਸੂਸ ਹੁੰਦਾ ਹੈ। ਗੁਰਬਾਣੀ ਨੇ ਇਸ ਪ੍ਰਥਾਏ ਇਸ ਤਰ੍ਹਾਂ ਲਿਖਿਆ ਹੈ। ਗੁਰਬਾਣੀ ਦਾ, ਗੁਰਮਤਿ ਦਾ, ਗੁਰਮਤਿ ਦੀ ਰੀਤੀ ਅਨੁਸਾਰ ਗੁਰਬਾਣੀ ਦਾ ਪ੍ਰਮਾਣ ਹੈ ਕਿ ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਿਹ ਨਾਲ ਪਛਾਨੂ। ਸੁਖਮਨੀ ਸਾਹਿਬ। ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਿਹ ਨਾਲ ਪਛਾਨੂ। ਜਿਸ ਦਾ ਅਰਥ ਹੈ ਕਿ ਸਥੂਲ ਸਰੀਰ ਛੱਡ ਜਾਣ ਤੋਂ ਬਾਅਦ ਸੂਖਸ਼ਮ ਸਰੀਰ ਨੇ ਜਿਹੜੇ ਰਸਤੇ ਦੀ ਯਾਤਰਾ ਕਰਨੀ ਹੁੰਦੀ ਹੈ, ਉੱਥੇ ਜਦੋਂ ਦੁੱਖ ਦੇਣ ਵਾਲਾ ਰਸਤਾ ਆਉਂਦਾ ਹੈ ਤਾਂ ਜੀਵ ਆਪਣੇ ਉਸ ਰਸਤੇ ਵਿੱਚ ਆਪਣੇ ਆਪ ਨੂੰ ਇਕੱਲਾ ਦੇਖ ਕੇ ਘਬਰਾ ਜਾਂਦਾ ਹੈ। ਉਸ ਕੰਡਿਆਲੇ ਰਸਤੇ ਵਿੱਚ ਜੀਵ ਦਾ ਕੋਈ ਸਾਥੀ ਬੇਲੀ ਨਹੀਂ ਹੁੰਦਾ, ਕੋਈ ਜਾਣ ਪਹਿਚਾਣ ਵਾਲਾ ਨਹੀਂ ਹੁੰਦਾ। ਸੋ ਗੁਰੂ ਜੀ ਕਹਿੰਦੇ ਕਿ ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਪੰਥ ਦਾ ਮਤਲਬ ਹੁੰਦਾ ਰਸਤਾ, ਜਿਹੜੇ ਰਸਤੇ ਵਿੱਚ ਤੇਰਾ ਕੋਈ ਜਾਣ ਪਛਾਣ ਵਾਲਾ ਹੀ ਨਹੀਂ ਹੈ, ਜਿਸ ਅਣਜਾਣ ਅਤੇ ਦੁੱਖਾਂ ਭਰੇ ਰਸਤੇ ਵਿੱਚ ਤੇਰਾ ਕੋਈ ਜਾਣ ਪਹਿਚਾਣ ਵਾਲਾ ਨਹੀਂ ਹੈ, ਉੱਥੇ ਹਰੀ ਦਾ ਨਾਮ ਹੀ ਤੇਰਾ ਸੱਚਾ ਸਾਥੀ। ਹਰ ਕਾ ਨਾਮ ਤੇ ਨਾਲ ਪਛਾਨੂ, ਉੱਥੇ ਹਰੀ ਦਾ ਨਾਮ ਹੀ ਤੇਰਾ ਸੱਚਾ ਸਾਥੀ ਹੈ। ਉਹੀ ਤੇਰੀ ਪਹਿਚਾਣ ਬਣਦਾ, ਉਹੀ ਤੇਰੀ ਸਹਾਇਤਾ ਕਰੇਗਾ। ਪੁੰਨ ਧਰਮ ਵਰਤਮਾਨ ਜੀਵਨ ਨੂੰ ਸੁਖੀ ਕਰਨ ਵਾਸਤੇ ਹੁੰਦੇ ਆ। ਜਿਹੜੇ ਪੁੰਨ ਧਰਮ ਹੈ ਨਾ, ਵਰਤਮਾਨ ਜੀਵਨ ਨੂੰ ਸੁਖੀ ਕਰਨ ਵਾਸਤੇ ਹੁੰਦੇ ਆ। ਜਿਵੇਂ ਸਾਹਿਬ ਕਹਿੰਦੇ, ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਜਿਹੜੇ ਅਸੀਂ ਪੁੰਨਦਾਨ ਦੇ ਕਰਮ ਕਰਦੇ ਹਾਂ, ਉਹ ਧਰਮ ਰਾਏ ਦੇ ਲੇਖੇ ਵਿੱਚ ਪੈਂਦੇ ਆ। ਧਰਮਰਾਜ ਉਹਨਾਂ ਨੂੰ ਲਿਖਦਾ, ਫਿਰ ਉਹਨਾਂ ਦੇ ਫਲ ਦਿੰਦਾ, ਉਹ ਲੇਖੇ ਵਿੱਚ ਆਉਂਦੇ ਆ।
ਪਰ ਹਰ ਅਰਥ ਜੋ ਖਰਚਦੇ ਦਿੰਦੇ ਸੁਖ ਪਾਇਆ। ਜੋ ਹਰੀ ਦੇ ਅਰਥ ਖਰਚਦੇ ਹਨ ਉਹ ਹਮੇਸ਼ਾ ਹੀ ਸੁਖੀ ਰਹਿੰਦੇ ਆ, ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਲੋਕ ਸੁਖੀਏ ਪਰਲੋਕ ਸੁਹੇਲੇ। ਇਸ ਤਰ੍ਹਾਂ ਜਾਂ ਭਾਗਾਂ ਦਾ ਲੇਖਾ ਜੋਖਾ ਹੁੰਦਾ ਰਹਿੰਦਾ ਹੈ। ਜੋ ਅਸੀਂ ਪੁੰਨਦਾਨ ਕਰਦੇ ਹਾਂ ਭਾਗਾਂ ਦੇ ਲੇਖੇ ਜੋਖੇ ਵਿੱਚ ਆ ਜਾਂਦਾ ਕਿ ਪਿਛਲੇ ਜਨਮ ਦਾ ਲੇਖਾ ਦਿੱਤਾ ਹੋਇਆ ਦਾਨ ਕੰਮ ਆ ਗਿਆ, ਪਤਾ ਨਹੀਂ ਕਿਹੜੇ ਜਨਮ ਦਾ ਦਿੱਤਾ ਹੋਇਆ ਪੁੰਨਦਾਨ ਅੱਗੇ ਆ ਗਿਆ। ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਪੁੰਨਦਾਨ ਪ੍ਰਥਾਏ। ਸੋ ਪਰ ਆਖਰੀ ਸਮੇਂ ਵਿੱਚ ਜਾਂ ਦਰਗਾਹ ਵਿੱਚ ਪ੍ਰਭੂ ਦਾ ਨਾਮ ਸਿਮਰਨ ਹੀ ਕੰਮ ਆਏਗਾ। ਸੋ ਆਪਾਂ ਨੈਕਸਟ ਚੌਥੇ ਸਟੈਪ ਦੀ ਗੱਲ ਕਰਦੇ ਹਾਂ, 4th ਸਟੈਪ, ਚੌਥਾ ਪੜਾਅ। ਸੋ ਪੁਰਾਣਾ ਸ਼ਾਸਤਰਾਂ ਦੇ ਅਨੁਸਾਰ ਇਸ ਤਰ੍ਹਾਂ ਲਿਖਿਆ ਹੋਇਆ ਹੈ, ਊਬੈ ਸਹਿਸ ਜੋਜਨ ਮਗ ਆਵੈ, ਬਾਰੂ ਤਪਤ ਊਗੈ ਸਹਿਸ ਜੋਜਨ ਬਹੁ ਭਾਤੀ। ਊਬੈ ਸਹਿਸ ਜੋਜਨ ਬਹੁ ਭਾਤੀ, ਬਾਰੂ ਤਪਤ ਰਹਿਤ ਅਤ ਰਾਤੀ। ਜਿਨ ਪਦ ਤ੍ਰਾਣ ਛਤਰ ਕੀਏ ਦਾਨਾ, ਤਿਨੇ ਤਹਾਂ ਨਹਿ ਸ਼ੋਕ ਵਖਾਨਾ। ਇਹ ਹਿੰਦੂ ਰੀਤੀ ਦੇ ਅਨੁਸਾਰ ਹੈ। ਜਿਹੜਾ ਚੌਥਾ ਪੜਾਅ ਨਾ 2000 ਯੋਜਨ ਲੰਮਾ ਹੈ। ਊਬੈ ਸਹਿਸ ਯੋਜਨ 2000 ਯੋਜਨ ਲੰਮਾ ਰਸਤਾ ਹੈ। ਇਸ 2000 ਯੋਜਨ ਲੰਮੇ ਰਸਤੇ ਵਿੱਚ ਕਈ ਪ੍ਰਕਾਰ ਦਾ ਤਪਦੇ ਹੋਏ ਰੇਤ ਵਾਲਾ ਰਸਤਾ ਹੈ। ਇਹ ਉਸ ਤਪਦੀ ਹੋਈ ਰੇਤ ਵਾਲੇ ਰਸਤੇ ਉੱਤੋਂ ਦੀ ਜੀਵ ਨੂੰ ਲੰਘਾਇਆ ਜਾਂਦਾ। ਤੱਤਾ ਰੇਤਾ ਜਿਹੜੇ ਨੇ ਤੱਤੇ ਰੇਤੇ ਦੇਖਿਆ ਰਾਜਸਥਾਨ ਤੇ ਜਾਂ ਪੁਰਾਣੇ ਜ਼ਮਾਨੇ 'ਚ, ਅੱਜ ਵੀ ਗਰੀਬ ਲੋਕ ਜਦੋਂ ਨੰਗੇ ਪੈਰੀ ਚੱਲਦੇ ਗਰਮੀਆਂ ਦੇ ਵਿੱਚ ਤੱਤੀ ਧਰਤੀ 'ਤੇ ਟੁੱਟੀਆਂ ਚੱਪਲਾਂ ਨਾਲ, ਟੁੱਟੇ ਛਿੱਤਰਾਂ ਨਾਲ ਉਹਨਾਂ ਦੇ ਪੈਰ ਮੱਚਦੇ, ਉਹਨਾਂ ਨੂੰ ਇਸ ਦਰਦ ਨੂੰ ਮਹਿਸੂਸ ਕਰ ਸਕਦੇ। ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਤਾਂ ਬਹੁਤ ਅਮੀਰ ਹਾਂ। ਅੱਜ ਸਾਡੇ ਕੋਲ ਸਾਰਿਆਂ ਕੋਲ ਫੈਸਿਲਿਟੀ ਹੈਗੀ ਹੈ, ਛੋਟੇ ਤੋਂ ਲੈ ਕੇ ਵੱਡੇ ਆਦਮੀ ਤੱਕ ਚੰਗੇ ਸ਼ੂਜ਼ ਪਾਉਂਦੇ ਆ, ਕਾਰਾਂ ਵਿੱਚ ਘੁੰਮਦੇ ਆ। ਸਾਨੂੰ ਤੱਤੇ ਰੇਤੇ ਦਾ ਕੀ, ਤੱਤੀ ਧਰਤੀ ਦਾ, ਤਪਤੀ ਰੇਤੇ ਦਾ ਕੀ ਅਹਿਸਾਸ ਹੋ ਸਕਦਾ। ਸੋ ਉਹ ਮਹਿਸੂਸ ਕਰ ਸਕਦੇ ਆ ਜਿਨ੍ਹਾਂ ਕੋਲ ਜੁੱਤੀਆਂ ਚੱਪਲਾਂ ਨਹੀਂ ਆ, ਗਰਮੀਆਂ ਦੇ ਵਿੱਚ ਵਿਚਾਰੇ ਨੰਗੇ ਪੈਰੀ ਤੁਰਦੇ ਆ। ਸੋ ਉਸ ਤਪਦੀ ਹੋਈ ਰੇਤ ਵਾਲੇ ਰਸਤੇ ਉੱਤੋਂ ਦੀ ਜੀਵ ਨੂੰ ਲੰਘਾਇਆ ਜਾਂਦਾ ਹੈ। ਉਹ ਤਪਦੀ ਹੋਈ ਰੇਤ ਉੱਤੇ ਚੱਲਦਿਆਂ ਹੋਇਆਂ ਸੂਖਸ਼ਮ ਸਰੀਰ ਨੂੰ ਬਹੁਤ ਤਕਲੀਫ ਹੁੰਦੀ ਹੈ ਅਤੇ ਉਹ ਆਪਣੀਆਂ ਲੱਤਾਂ ਬਾਹਾਂ ਮਾਰਦਾ ਹੋਇਆ ਤੜਪਦਾ ਹੈ। ਪਿੱਛੇ ਨੂੰ ਭੱਜਦਾ ਹੈ ਤਾਂ ਪਿੱਛੋਂ ਜਵਾਂ ਦੀ ਮਾਰ ਪੈਂਦੀ ਹੈ। ਸੋ ਇਹ ਤੱਤੇ ਰਸਤੇ ਤੋਂ, ਤੱਤੀ ਤਪਸ਼ ਵਾਲੀ ਰੇਤ ਵਾਲੇ ਰਸਤੇ ਤੋਂ ਜੋ 2000 ਯੋਜਨ ਲੰਮਾ ਰਸਤਾ ਹੈ, ਇਸ ਤਪਦੀ ਰੇਤ ਵਾਲੇ ਰਸਤੇ ਤੋਂ ਬਚਣ ਵਾਸਤੇ ਹਿੰਦੂ ਰੀਤੀ ਦੇ ਅਨੁਸਾਰ ਇਸ ਦਾ ਉਪਾਅ, ਇਸ ਦਾ ਸਲੂਸ਼ਨ ਇਸ ਪ੍ਰਕਾਰ ਲਿਖਿਆ ਪੁਰਾਣਾਂ ਦੇ ਵਿੱਚ। ਜਿਸ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਜੁੱਤੀ ਦਾਨ ਕੀਤੀ ਹੈ, ਕੱਪੜੇ ਦਾਨ ਕੀਤੇ ਹੈ, ਛਤਰ ਦਾਨ ਕੀਤੇ ਹੈ, ਤੰਬੂ ਦਾਨ ਕੀਤੇ ਹੈ, ਗਰਮੀ ਸਰਦੀ ਤੋਂ ਬਚਣ ਲਈ ਤ੍ਰਾਣ ਮਤਲਬ ਚੰਦੋਏ ਦਾਨ ਕੀਤੇ ਹੈ, ਉਹਨਾਂ ਨੂੰ ਇਸ ਤਪਦੀ ਰੇਤ ਵਾਲੇ ਰਸਤੇ ਵਿੱਚ ਕੋਈ ਵੀ ਦੁੱਖ ਦਰਦ ਨਹੀਂ ਹੁੰਦਾ। ਤ੍ਰਾਣ ਦਾ ਮਤਲਬ ਹੁੰਦਾ ਹੈ ਚੰਦੋਆ। ਸੋ ਜੁੱਤੀਆਂ ਦਾਨ ਕਰਨੀ, ਕੱਪੜੇ ਦਾਨ ਕਰਨੇ, ਛਤਰ ਦਾਨ ਕਰਨੇ, ਤੰਬੂ ਦਾਨ ਕਰਨੇ, ਚੰਦੋਏ ਦਾਨ ਕਰਨੇ। ਅਸੀਂ ਸਾਡੇ ਧਰਮ ਦੇ ਵਿੱਚ ਵੀ ਕਰਦੇ ਆ ਦਾਨ, ਪਰ ਸਾਡੀ ਇਹ ਮਨਸਾ ਨਹੀਂ ਹੁੰਦੀ ਕਿ ਸਾਡੀ ਮਨਸਾ ਹੁੰਦੀ ਆ ਕਿ ਸਾਡੇ ਕੀਤੇ ਹੋਏ ਦਾਨ ਦੇ ਨਾਲ ਕੋਈ ਭੁੱਖ ਤੋਂ ਬਚ ਜੇ, ਕੋਈ ਧੁੱਪ ਤੋਂ ਬਚ ਜੇ, ਕੋਈ ਨੰਗੇਪਣ ਤੋਂ ਬਚ ਜੇ। ਇਸ ਤਰ੍ਹਾਂ ਤਰੀਕੇ ਨਾਲ ਅਸੀਂ ਗੁਰਮਤਿ ਦੇ ਵਿੱਚ, ਸਿੱਖੀ ਵਿੱਚ ਦਾਨ ਕਰਦੇ ਜ਼ਰੂਰ ਹਾਂ, ਪਰ ਸਾਡੀ ਮਨਸਾ ਹੋਰ ਹੁੰਦੀ ਆ। ਸੋ ਸ਼ਾਸਤਰਾਂ ਦੇ ਵਿੱਚ ਲਿਖਿਆ ਵੀ ਉਸ ਤੱਤੀ ਰੇਤ ਦੇ ਰਸਤੇ ਤੋਂ ਬਚਣ ਵਾਸਤੇ ਜੁੱਤੀ ਦਾਨ ਕਰਨੀ, ਕੱਪੜੇ ਦਾਨ ਕਰਨੇ, ਤੰਬੂ ਦਾਨ ਕਰਨੇ, ਚੰਦੋਏ ਦਾਨ ਕਰਨੇ। ਜਿਨ੍ਹਾਂ ਨੇ ਇਹ ਦਾਨ ਕੀਤੇ ਹਨ ਉਹਨਾਂ ਨੂੰ ਇਸ ਤੱਤੀ ਰੇਤ ਵਾਲੇ ਰਸਤੇ 'ਤੇ ਦੁੱਖ ਦਰਦ ਨਹੀਂ ਹੁੰਦਾ। ਅਤੇ ਪੁਰਾਣਾਂ ਦੇ ਅਨੁਸਾਰ ਪਦ ਸ਼ਬਦ ਦਾਨ ਸਮੱਗਰੀ ਦਾ ਇੱਕ ਅੰਗ ਹੈ। ਜਿਵੇਂ ਵਸਤਰ, ਗਹਿਣੇ, ਅੰਨ, ਪਾਤਰ, ਬਰਤਨ। ਪਦ ਮਤਲਬ ਪਾਦਕਾ ਜਾਂ ਜੁੱਤੀ ਜਾਂ ਖੜਾਮ। ਤ੍ਰਾਣ ਸੁਰੱਖਿਆ ਵਾਸਤੇ ਉੱਪਰ ਲੈਣ ਵਾਲਾ ਕੱਪੜਾ ਜਾਂ ਚੰਦੋਆ ਜਾਂ ਚਾਨਣੀ ਵੀ ਕਹਿ ਸਕਦੇ ਹਾਂ। ਸੋ ਇਹ 2000 ਯੋਜਨ ਲੰਮੇ ਰਸਤੇ ਦੇ ਵਿੱਚ ਜਿਹੜੀ ਦਾਨ ਦੀ ਗੱਲ ਕੀਤੀ, ਤੱਤੀ ਰੇਤ ਦੀ ਗੱਲ ਕੀਤੀ ਹੈ, ਪੁਰਾਣਾਂ ਦੇ ਅਨੁਸਾਰ
ਗੁਰਮਤਿ ਰੀਤੀ ਅਨੁਸਾਰ ਗੁਰਬਾਣੀ ਦਾ ਪ੍ਰਮਾਣ ਇਸ ਪ੍ਰਕਾਰ ਹੈ, ਇਸ ਪ੍ਰਥਾਈ। ਜਹਾਂ ਤ੍ਰਿਖਾ ਤੁਝ ਮਨ ਆਕ ਰੱਖੈ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ। ਸੁਖਮਨੀ ਸਾਹਿਬ। ਜਹਾਂ ਤ੍ਰਿਖਾ ਤੁਝ ਮਨ ਆਕ ਰੱਖੈ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ। ਸੋ ਇਸ ਰਸਤੇ ਦੀ ਗੁਰਬਾਣੀ ਵਿੱਚ ਇਸ ਪ੍ਰਕਾਰ ਗੱਲ ਕੀਤੀ ਹੈ ਕਿ ਸਥੂਲ ਸਰੀਰ ਛੱਡ ਕੇ ਸੂਖਮ ਸਰੀਰ ਜਿਹੜੇ ਰਸਤੇ ਉੱਤੇ ਜਾਂਦਾ ਹੈ, ਤਾਂ ਜਦ ਉਸ ਰਸਤੇ ਵਿੱਚ ਬਹੁਤ ਗਰਮੈਸ਼ ਵਾਲੀ ਥਾਂ ਦਾ ਸਮਾਂ ਆਉਂਦਾ ਹੈ, ਉਹ ਥਾਂ ਅੱਗ ਵਾਂਗ ਤਪ ਰਹੀ ਹੁੰਦੀ ਹੈ। ਪ੍ਰਾਣਾ ਰੂਪੀ ਸੂਖਸ਼ਮ ਸਰੀਰ ਵਿਆਕੁਲ ਹੋ ਕੇ ਕੁਰਲਾਉਂਦਾ ਹੈ। ਉਸ ਨੂੰ ਪਿਆਸ ਤੜਪਾਉਂਦੀ ਹੈ। ਇਸ ਤਪਸ਼ ਤੋਂ ਬਚਣ ਲਈ ਅਤੇ ਪਿਆਸ ਬੁਝਾਉਣ ਲਈ ਉਹ ਸਹਾਰਾ ਭਾਲਦਾ ਹੈ। ਉਸ ਦੇ ਪ੍ਰਾਣਾਂ ਦੀ ਸੁਰਤ ਵਾਰ-ਵਾਰ ਮਾਇਆ ਰੂਪੀ ਸੰਸਾਰ ਅਤੇ ਮਾਇਆ ਰੂਪੀ ਪਰਿਵਾਰ ਵੱਲ ਆਕਰਸ਼ਣ ਹੁੰਦੀ ਹੈ, ਭਾਵ ਪਿਛਲਿਆਂ ਵੱਲ ਖਿੱਚੀ ਜਾਂਦੀ ਹੈ ਅਤੇ ਪਿੱਛੇ ਮੁੜ-ਮੁੜ ਕੇ ਦੇਖਦੀ ਹੈ। ਉਹਨਾਂ ਤੋਂ ਸਹਾਇਤਾ ਭਾਲਦੀ ਹੈ ਕਿ ਕੋਈ ਉਸ ਵਾਸਤੇ ਪ੍ਰਭੂ ਦਾ ਨਾਮ ਜਪੇ ਅਤੇ ਉਸ ਦਾ ਫਲ ਮੈਨੂੰ ਜਲਦੀ ਮਿਲੇ। ਪਰ ਪਿਛਲੇ ਤਾਂ ਉਸ ਵੇਲੇ ਪ੍ਰਭੂ ਨਾਮ ਨੂੰ ਛੱਡ ਕੇ ਰੋਣਿਆਂ ਧੋਣਿਆਂ ਵਿੱਚ ਲੱਗੇ ਹੁੰਦੇ ਆ। ਕੋਈ ਵੀ ਇਸ ਰਸਤੇ ਵਿੱਚ ਉਸ ਦੀ ਸਹਾਇਤਾ ਨਹੀਂ ਕਰਦਾ। ਇਸ ਵਾਸਤੇ ਗੁਰਮਤਿ ਦੇ ਵਿੱਚ ਕਿਹਾ ਜਾਂਦਾ ਵੀ ਮਨੁੱਖ ਦੇ ਰੋਣ ਮਰਨ ਤੋਂ ਬਾਅਦ ਰੋਵੋ ਨਾ ਭਾਈ, ਰੋਣਾ ਨਹੀਂ ਚਾਹੀਦਾ, ਵਾਹਿਗੁਰੂ ਦਾ ਨਾਮ ਜਪੋ। ਐਵੇਂ ਕਹਿੰਦੇ ਨਾ, ਸਾਰਿਆਂ ਨੂੰ ਪਤਾ, ਸਾਰੀ ਗੁਰਮਤਿ ਦੇ ਵਿੱਚ ਇਹ ਗੱਲ ਮਸ਼ਹੂਰ ਹੈ ਕਿ ਮਰ ਜਾਣ ਤੋਂ ਬਾਅਦ ਦੂਜਿਆਂ ਨੇ ਰੋਣਾ ਨਹੀਂ ਹੈ, ਰਿਸ਼ਤੇਦਾਰਾਂ ਨੇ, ਪਰਿਵਾਰ ਨੇ, ਵਾਹਿਗੁਰੂ ਦਾ ਨਾਮ ਜਪੋ। ਮਤਲਬ ਇਹੀ ਹੈ, ਉਹਦੀ ਡੈਫੀਨੇਸ਼ਨ ਇਹ ਇਸ ਤਰ੍ਹਾਂ ਦੀ ਹੈ। ਉਹ ਸਾਨੂੰ ਸਾਡਾ ਸਮਝਾਉਣ ਦਾ ਤਰੀਕਾ ਥੋੜ੍ਹਾ ਜਿਹਾ ਹੋਰ ਆ, ਸ਼ਾਸਤਰਾਂ ਦਾ ਸਮਝਾਉਣ ਦਾ ਤਰੀਕਾ ਥੋੜ੍ਹਾ ਅਲੱਗ ਆ। ਸੋ ਪਰ ਪਿਛਲੇ ਤਾਂ ਰੋਣ ਧੋਣ ਦੇ ਵਿੱਚ ਹੀ ਲੱਗੇ ਹੁੰਦੇ ਆ। ਗੁਰੂ ਜੀ ਕਹਿੰਦੇ ਹਨ ਕਿ ਜੇ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਪ੍ਰਭੂ ਦਾ ਸਿਮਰਨ ਕੀਤਾ ਹੈ, ਆਪਣੇ ਮਿੱਠੇ ਬੋਲਾਂ ਨਾਲ ਕਿਸੇ ਦੇ ਤਪ ਤੇ ਮਨ ਨੂੰ ਸ਼ਾਂਤੀ ਦਿੱਤੀ ਹੈ, ਤਾਂ ਫਿਰ ਇਹੋ ਜਿਹੀ ਤਪਸ਼ ਵਾਲੀ ਥਾਂ ਉੱਤੇ ਵਾਹਿਗੁਰੂ ਜੀ ਦੇ ਨਾਮ ਦੀ ਵਰਖਾ ਹੁੰਦੀ ਹੈ ਅਤੇ ਪਲਾਂ ਵਿੱਚ ਹੀ ਸਭ ਕੁਝ ਠੰਡਾ ਕਰ ਦਿੰਦੀ ਹੈ। ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਹਰੀ ਦੇ ਨਾਮ ਦੀ ਵਰਖਾ ਹੁੰਦੀ ਹੈ ਤਾਂ ਉਹ ਜਿਹੜਾ ਤ੍ਰਿਖਾ ਵਾਲਾ ਪਿਆਸ ਵਾਲਾ ਰਸਤਾ ਹੈ, ਤਪਸ਼ ਵਾਲਾ ਰਸਤਾ ਹੈ, ਉਹ ਠੰਡਾ ਹੋ ਜਾਂਦਾ ਹੈ। ਯਾਦ ਰਹੇ ਕਿ ਜੋ ਮਨੁੱਖ ਆਪਣੇ ਜੀਵਨ ਕਾਲ ਵਿੱਚ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹਨਾਂ ਦੇ ਰਸਤੇ ਵਿੱਚ ਇਹ ਸਭ ਕੁਝ ਨਹੀਂ ਵਾਪਰਦਾ। ਉਹ ਸਹਿਜ ਨਾਲ ਹੀ ਸਭ ਕੁਝ ਪਾਰ ਕਰਕੇ ਈਸ਼ਵਰ ਦੇ ਦੁਆਰੇ ਪਹੁੰਚ ਜਾਂਦੇ ਹਨ। ਸੋ ਅੱਗੇ ਨੈਕਸਟ ਸਟੈਪ ਫਿਫਥ, ਪੰਜਵਾਂ ਪੜਾਅ। ਸ਼ਾਸਤਰਾਂ ਅਨੁਸਾਰ, ਰੀਤੀ ਦੇ ਅਨੁਸਾਰ, ਹਿੰਦੂ ਰੀਤੀ ਦੇ ਅਨੁਸਾਰ ਇਸ ਪ੍ਰਕਾਰ ਹੈ। ਜੋ ਜਨ ਆਠ ਸਹਿਸ ਮਗ ਭਾਰਾ, ਮਿਲਤ ਤਹਾਂ ਜਲ ਅਗਮ ਅਪਾਰਾ। ਜੋ ਨਰ ਕੁਛ ਗਾਈ ਦਾਨੇ ਦੇਵੈ, ਸੋ ਜਲ ਪੇ ਥਲ ਮਾਰਗ ਲੇਵੈ। ਕੀ ਲਿਖਿਆ? ਜੋ ਜਨ ਆਠ ਸਹਿਸ ਮਗ ਭਾਰਾ, ਮਿਲਤ ਤਹਾਂ ਜਲ ਅਗਮ ਅਪਾਰਾ। ਜੋ ਨਰ ਕੁਛ ਗਾਈ ਦਾਨੇ ਦੇਵੈ, ਸੋ ਜਲ ਪੇ ਥਲ ਮਾਰਗ ਲੇਵੈ। ਇਸ ਦਾ ਅਰਥ ਹੈ ਕਿ ਪੰਜਵੇਂ ਪੜਾਅ ਵਿੱਚ ਅੱਗੇ 8000 ਯੋਜਨ ਲੰਮਾ ਰਸਤਾ ਆਉਂਦਾ ਹੈ, ਜਿੱਥੇ ਚਾਰ ਛਪੇਰੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਮਿਲਤ ਤਹਾਂ ਜਲ ਅਗਮ ਅਪਾਰਾ, ਪਾਣੀ ਹੀ ਪਾਣੀ, ਬੇਅੰਤ ਪਾਣੀ ਦਿਖਾਈ ਦਿੰਦਾ। ਇਹ ਪੜਾਅ ਵੀ ਜੀਵ ਦੇ ਪ੍ਰਾਣਾਂ ਨੂੰ ਭਾਰੀ ਦੁੱਖ ਦਿੰਦਾ ਹੈ। ਪਾਣੀ ਵਾਲਾ ਰਸਤਾ, ਬਹੁਤ ਪਾਣੀ, ਦਰਿਆ, ਜਿਵੇਂ ਸਮੁੰਦਰ ਨੂੰ ਦੇਖਦੇ ਦੂਰ ਤੱਕ ਪਾਣੀ ਹੁੰਦਾ ਹੈ, ਇਸ ਤਰ੍ਹਾਂ ਪਾਣੀ ਦਿਖਾਈ ਦਿੰਦਾ ਹੈ। ਸੋ ਇਸ ਪਾਣੀ ਵਾਲੇ ਰਸਤੇ ਤੋਂ ਬਚਣ ਵਾਸਤੇ ਹਿੰਦੂ ਰੀਤੀ ਅਨੁਸਾਰ ਇਸ ਦਾ ਜਿਹੜਾ ਉਪਾਅ ਹੈ, ਇਸ ਦਾ ਸੋਲੂਸ਼ਨ ਇਸ ਪ੍ਰਕਾਰ ਲਿਖਿਆ ਕਿ ਜੋ ਨਰ ਕੁਛ ਗਾਈ ਦਾਨੇ ਦੇਵੈ। ਜੋ ਮਨੁੱਖ ਆਪਣੇ ਜੀਵਨ ਕਾਲ ਵਿੱਚ ਗਾਈਆਂ ਮੱਝਾਂ ਦਾਨ ਕਰਦਾ ਹੈ, ਤਾਂ ਉਹ ਇਸ ਪਾਣੀ ਵਾਲੇ ਰਸਤੇ ਵਿੱਚੋਂ ਇਸ ਤਰ੍ਹਾਂ ਪਾਰ ਹੋ ਜਾਂਦਾ ਹੈ ਜਿਵੇਂ ਕਿ ਉਹ ਧਰਤੀ ਦੇ ਮਾਰਗ ਉੱਤੇ ਚੱਲ ਰਿਹਾ ਹੋਵੇ। ਸੋ ਹਿੰਦੂ ਧਰਮ ਦੇ ਵਿੱਚ ਗਾਂ ਦਾਨ ਕਰਨੀ
ਬਹੁਤ ਵੱਡਾ ਪੁੰਨ ਮੰਨਿਆ ਜਾਂਦਾ। ਪਸ਼ੂ ਦਾਨ ਕਰਨਾ ਬਹੁਤ ਵੱਡਾ ਪੁੰਨ ਮੰਨਿਆ ਜਾਂਦਾ। ਸੋ ਜਿਸ ਨੇ ਗਾਂ ਦਾਨ ਕੀਤੀ ਹੈ, ਮੱਝ ਦਾਨ ਕੀਤੀ ਹੈ, ਸੋ ਉਹ ਇਸ ਪਾਣੀ ਵਾਲੇ ਰਸਤੇ ਤੋਂ ਬੜਾ ਹੀ ਸੁਖਾਲਾ ਰਸਤਾ ਪਾਰ ਹੋ ਜਾਂਦਾ, ਕਰ ਲੈਂਦਾ। ਹਿੰਦੂ ਰੀਤੀ ਅਨੁਸਾਰ, ਪੁਰਾਣਾਂ ਦੇ ਅਨੁਸਾਰ ਇਸ ਤਰ੍ਹਾਂ ਲਿਖਿਆ ਹੋਇਆ। ਇਸ ਪਰ ਤਾਂ ਇੱਕ ਪ੍ਰਮਾਣ ਆਉਂਦਾ ਇੱਕ ਕੰਜੂਸ ਬੰਦੇ ਦਾ, ਕਿ ਜੋ ਸ਼੍ਰੀ ਹਰੀ ਨਾਰਾਇਣ ਉਪਦੇਸ਼ ਗ੍ਰੰਥ ਵਿੱਚ ਇਸ ਪ੍ਰਕਾਰ ਲਿਖਿਆ ਹੈ ਕਿ ਇੱਕ ਕੰਜੂਸ ਬਾਣੀਆ ਸੇਠ ਬਹੁਤ ਬੁੱਢਾ ਹੋ ਗਿਆ, ਤਾਂ ਉਹ ਬਿਮਾਰ ਹੋ ਗਿਆ। ਉਸ ਦੇ ਪੁੱਤਰਾਂ ਨੇ ਉਸ ਦਾ ਕਾਫੀ ਇਲਾਜ ਕਰਵਾਇਆ, ਪਰ ਉਸ ਨੂੰ ਆਰਾਮ ਨਾ ਆਇਆ। ਆਖਰ ਵੈਦ ਹਕੀਮਾਂ ਨੇ ਪਰਿਵਾਰ ਵਾਲਿਆਂ ਨੂੰ ਕਹਿ ਦਿੱਤਾ ਕਿ ਹੁਣ ਤੁਸੀਂ ਇਸ ਦੀ ਸੇਵਾ ਕਰ ਲਵੋ, ਇਸ ਦੀ ਬਿਮਾਰੀ ਲਾ ਇਲਾਜ ਹੋ ਗਈ ਹੈ। ਜਦ ਸੇਠ ਬਹੁਤ ਬਿਮਾਰ ਹੋ ਗਿਆ ਤਾਂ ਉਸ ਦੇ ਬੱਚਿਆਂ ਨੇ ਬ੍ਰਾਹਮਣ ਨੂੰ ਬੁਲਾ ਕੇ ਗੀਤਾ ਦਾ ਪਾਠ ਸ਼ੁਰੂ ਕਰਵਾ ਦਿੱਤਾ। ਪੰਡਤ ਨੇ ਉਸ ਦੇ ਪਰਿਵਾਰ ਨੂੰ ਆਖਿਆ ਕਿ ਤੁਸੀਂ ਆਪਣੇ ਪਿਤਾ ਜੀ ਕੋਲੋਂ ਗਊ ਦਾਨ ਕਰਵਾਓ, ਇਸ ਪੁੰਨ ਦਾ ਇਸ ਨੂੰ ਬਹੁਤ ਫਲ ਲੱਗੇਗਾ ਅਤੇ ਮਰਨ ਤੋਂ ਬਾਅਦ ਗਊ ਮਾਤਾ ਇਸ ਨੂੰ ਪਾਣੀ ਵਾਲੇ ਰਸਤੇ ਵਿੱਚੋਂ ਪਾਰ ਲੰਘਾ ਦੇਵੇਗੀ। ਬੱਚਿਆਂ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਹੁਣ ਤੁਸੀਂ ਜਾਂਦੀ ਵਾਰ ਆਪਣੇ ਹੱਥਾਂ ਨਾਲ ਗਊ ਦਾਨ ਕਰ ਦੇਵੋ। ਉਹ ਕੰਜੂਸ ਸੇਠ ਕਹਿਣ ਲੱਗਾ ਕਿ ਮੈਂ ਤਾਂ ਕਦੇ ਕਿਸੇ ਨੂੰ ਦੀਵਾਨੀ ਦਾਨ ਨਹੀਂ ਕੀਤੀ, ਤੁਸੀਂ ਮੈਨੂੰ ਕਹਿੰਦੇ ਹੋ ਕਿ ਗਊ ਦਾਨ ਕਰ ਦੇ, ਨਾਲੇ ਗਊ ਬਹੁਤ ਮਹਿੰਗੀ ਹੁੰਦੀ ਹੈ। ਪੁੱਤਰਾਂ ਨੇ ਪੰਡਤ ਨੂੰ ਕਿਹਾ ਕਿ ਪਿਤਾ ਜੀ ਮੰਨਦੇ ਨਹੀਂ। ਪੰਡਤ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਸੋਨੇ ਦੀ ਗਊ ਬਣਾ ਕੇ ਦਾਨ ਕਰਵਾ ਦੇਵੋ। ਪੁੱਤਰ ਕਹਿੰਦੇ ਕਿ ਉਹ ਤਾਂ ਗਊ ਦਾਨ ਕਰਨ ਨੂੰ ਤਿਆਰ ਨਹੀਂ, ਤਾਂ ਉਹ ਸੋਨਾ ਦਾਨ ਕਰਨ ਵਾਸਤੇ ਕਿਵੇਂ ਤਿਆਰ ਹੋ ਜਾਏਗਾ। ਪੰਡਤ ਨੇ ਕਿਹਾ ਵੀ ਸੋਨੇ ਦੀ ਗਊ ਉੱਤੇ ਮਿੱਟੀ ਲਗਵਾ ਕੇ ਦਾਨ ਕਰ ਦਿਓ, ਸੋਨੇ ਦੀ ਗਊ ਬਣਾ ਕੇ ਉੱਤੇ ਮਿੱਟੀ ਦਾ ਲੇਪ ਕਰਕੇ ਤੁਹਾਡੇ ਪਿਤਾ ਕੋਲੋਂ ਹੱਥ ਲਵਾ ਕੇ ਦਾਨ ਕਰਵਾ ਦਿਓ। ਪੁੱਤਰਾਂ ਨੇ ਇਸੇ ਤਰ੍ਹਾਂ ਕੀਤਾ। ਸੋਨੇ ਦੀ ਇੱਕ ਛੋਟੀ ਜਿਹੀ ਗਊ ਬਣਾ ਕੇ ਉਸ ਉੱਤੇ ਮਿੱਟੀ ਦਾ ਲੇਪ ਕਰਵਾ ਦਿੱਤਾ ਅਤੇ ਆਪਣੇ ਪਿਤਾ ਕੋਲ ਲੈ ਜਾ ਕੇ ਕਹਿਣ ਲੱਗੇ, ਲਓ ਪਿਤਾ ਜੀ, ਜੇ ਸੱਚੀ ਮੁੱਚੀ ਦੀ ਗਊ ਦਾਨ ਨਹੀਂ ਕਰਨੀ ਤਾਂ ਮਿੱਟੀ ਦੀ ਗਊ ਹੀ ਦਾਨ ਕਰ ਦਿਓ। ਉਸ ਕੰਜੂਸ ਸੇਠ ਨੇ ਪੁੱਛਿਆ, ਕਹਿੰਦਾ ਕਿ ਇਹ ਮਿੱਟੀ ਆਪਣੇ ਖੇਤ ਦੀ ਤਾਂ ਨਹੀਂ ਕਿਤੇ। ਤੋ ਪੁੱਤਰਾਂ ਨੇ ਕਿਹਾ, ਨਹੀਂ ਪਿਤਾ ਜੀ, ਇਹ ਮਿੱਟੀ ਤਾਂ ਰਸਤੇ ਵਿੱਚੋਂ ਚੁੱਕ ਕੇ ਲੈਂਦੀ ਹੈ। ਸੋ ਇਸ ਤਰ੍ਹਾਂ ਸੇਠ ਨੇ ਬਗਾਨੀ ਮਿੱਟੀ ਸਮਝ ਕੇ ਮਿੱਟੀ ਦੀ ਗਊ ਦਾਨ ਕਰ ਦਿੱਤੀ। ਗੀਤਾ ਜੀ ਦੇ ਪਾਠ ਤੋਂ ਬਾਅਦ ਸੇਠ ਮਰ ਗਿਆ। ਜਮਦੂਤ ਉਸ ਦੇ ਰਸਤੇ ਵਿੱਚੋਂ ਉਸ ਦੇ ਸਰੀਰ ਵਿੱਚੋਂ ਉਸ ਦੀ ਜਾਨ ਕੱਢ ਕੇ ਉਸ ਨੂੰ ਕੁੱਟਦੇ ਮਾਰਦੇ ਲੈ ਜਾ ਰਹੇ ਹਨ। ਰਸਤੇ ਵਿੱਚ ਜਮਦੂਤਾਂ ਨੇ ਉਸ ਨੂੰ ਕਈ ਔਖੀਆਂ ਥਾਵਾਂ ਉੱਤੋਂ ਦੀ ਲੰਘਾਇਆ। ਜਦੋਂ ਬਹੁਤ ਸਾਰੇ ਪਾਣੀ ਵਾਲਾ ਰਸਤਾ ਆਇਆ ਤਾਂ ਜਮਦੂਤਾਂ ਨੇ ਕਿਹਾ, ਭਾਈ ਤੂੰ ਜੇਕਰ ਕੋਈ ਗਊ ਵੱਛੜਾ ਜਾਂ ਬੈਲ ਦਾਨ ਕੀਤਾ ਤਾਂ ਤੂੰ ਉਸ ਨੂੰ ਯਾਦ ਕਰ ਲੈ, ਉਹ ਇੱਥੇ ਤੇਰੀ ਸਹਾਇਤਾ ਕਰੇਗਾ, ਨਹੀਂ ਤਾਂ ਅਸੀਂ ਤੈਨੂੰ ਮਾਰਦੇ ਕੁੱਟਦੇ ਲੈ ਕੇ ਜਾਵਾਂਗੇ ਤੇ ਪਾਣੀ ਵਿੱਚ ਦੀ ਲੰਘਾਵਾਂਗੇ ਕੁੱਟ ਮਾਰ ਕੇ। ਸੇਠ ਨੂੰ ਉਸ ਵੇਲੇ ਯਾਦ ਆਇਆ ਕਿ ਉਸਨੇ ਮਰਨ ਤੋਂ ਪਹਿਲਾਂ ਮਿੱਟੀ ਦੀ ਗਊ ਦਾਨ ਕੀਤੀ ਸੀ। ਸੋ ਉਸਨੇ ਉਸ ਵੇਲੇ ਮਿੱਟੀ ਦੀ ਗਊ ਨੂੰ ਯਾਦ ਕੀਤਾ ਤਾਂ ਉਹ ਹਾਜ਼ਰ ਹੋ ਗਈ। ਮਿੱਟੀ ਦੀ ਗਊ ਨੇ ਆਖਿਆ ਕਿ ਹੇ ਸੇਠ, ਤੂੰ ਮੇਰੀ ਪੂਛ ਫੜ ਲੈ ਅਤੇ ਮੈਂ ਤੈਨੂੰ ਇਹ ਪਾਣੀ ਵਾਲਾ ਰਸਤਾ ਪਾਰ ਕਰਵਾ ਦਿੰਦੀ ਹਾਂ। ਸੇਠ ਨੇ ਉਸ ਮਿੱਟੀ ਦੀ ਗਊ ਦੀ ਪੂਛ ਪਕੜ ਲਈ ਅਤੇ ਗਊ ਉਸ ਨੂੰ ਲੈ ਕੇ ਪਾਣੀ ਵਿੱਚ ਵੜ ਗਈ। ਸੇਠ ਹੁਣ ਗਊ ਦੀ ਪੂਛ ਫੜ ਕੇ ਉਸ ਦੇ ਮਗਰ ਪਾਣੀ ਉੱਤੇ ਤੈਰਦਾ ਜਾਂਦਾ ਹੈ। ਪਾਣੀ ਦੀਆਂ ਛੱਲਾਂ ਵੱਜ ਕੇ ਗਊ ਦੀ ਸਾਰੀ ਮਿੱਟੀ ਉਤਰ ਗਈ ਅਤੇ ਥੱਲਿਓਂ ਸਿਉਨੇ ਦੀ ਗਊ ਨਿਕਲ ਆਈ। ਇਹ ਦੇਖ ਕੇ ਸੇਠ ਦੇ ਮੂੰਹੋਂ ਹਾਬੜਿਆਂ ਵਾਂਗ ਨਿਕਲਿਆ, ਉਹ ਤੇਰੀ, ਇਹ ਤਾਂ ਮੈਂ ਸੋਨੇ ਦੀ ਗਊ ਦਾਨ ਕਰ ਬੈਠਾ। ਇਹ ਕਹਿੰਦਿਆਂ ਹੀ ਸੇਠ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ ਅਤੇ ਪੂਛ ਨਾਲੋਂ ਹੱਥ ਛੁੱਟ ਗਏ।
ਸੇਠ ਫੇਰ ਪਾਣੀ ਵਿੱਚ ਗੋਤੇ ਖਾਣ ਲੱਗਾ ਅਤੇ ਗਊ ਅਲੋਪ ਹੋ ਗਈ। ਜਮਾ ਨੇ ਆ ਕੇ ਸੇਠ ਨੂੰ ਕੁਟਾਪਾ ਚਾੜਿਆ ਅਤੇ ਉਸ ਨੂੰ ਖਿੱਚਦੇ ਹੋਏ ਅੱਗੇ ਲੈ ਤੁਰੇ। ਸੋ ਸੰਗਤ ਜੀ, ਇਹ ਇੱਕ ਮਨੋਰੰਜਕ ਤੇ ਕਾਲਪਨਿਕ ਗਾਥਾ ਹੈ। ਇਹ ਇੱਕ ਮਨੋਰੰਜਕ ਤੇ ਕਾਲਪਨਿਕ ਗਾਥਾ ਹੈ, ਪਰ ਅਸਲ ਵਿੱਚ ਤਾਂ ਹਰੀ ਪ੍ਰਭੂ ਦਾ ਨਾਮ ਹੀ ਜੀਵਨ ਨੂੰ ਪਾਰ ਲੰਘਾਉਂਦਾ। ਹਰੀ ਵਾਹਿਗੁਰੂ ਦਾ ਨਾਮ ਹੀ ਜੀਵਨ ਦਾ ਪਾਰ ਉਤਾਰਾ ਕਰਦਾ। ਇਹ ਤਾਂ ਇੱਕ ਕਾਲਪਨਿਕ ਗਾਥਾ ਹੈ, ਉਸ ਦੇ ਆਧਾਰ 'ਤੇ ਲਿਖੀ ਗਈ, ਜੋ ਪੁਰਾਣਾ ਜਾਂ ਹਿੰਦੂ ਰੀਤੀ ਦੇ ਅਨੁਸਾਰ ਉਸ ਰਸਤੇ ਦੀ ਗੱਲ ਕੀਤੀ ਹੈ ਅਤੇ ਗਾਵਾਂ ਮੱਝਾਂ ਦਾਨ ਕਰਨ ਦੀ ਗੱਲ ਕੀਤੀ ਹੈ। ਕਈ ਕੰਜੂਸ ਬੰਦੇ ਇਹ ਵੀ ਦਾਨ ਨਹੀਂ ਕਰਦੇ। ਸੋ ਗੁਰਬਾਣੀ ਦਾ ਪ੍ਰਮਾਣ ਹੈ ਕਿ ਹਰੀ ਦਾ ਨਾਮ ਹੀ ਮਨੁੱਖ ਦੇ ਸਾਰੇ ਦੁੱਖ ਦੂਰ ਕਰਦਾ। ਗੁਰਮਤਿ ਅਨੁਸਾਰ ਗੁਰਬਾਣੀ ਦਾ ਪ੍ਰਮਾਣ ਇਸ ਪ੍ਰਕਾਰ ਹੈ ਕਿ ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਸੁਖਮਨੀ ਸਾਹਿਬ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਜਿਸ ਦਾ ਅਰਥ ਹੈ ਕਿ ਜਦੋਂ ਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਉਸ ਦੇ ਰਸਤੇ ਵਿੱਚ ਬਹੁਤ ਭਾਰੀ ਮੁਸ਼ਕਲਾਂ ਵਾਲਾ ਸਮਾਂ ਆਉਂਦਾ ਹੈ। ਮੰਨ ਲਓ ਕਿ ਉਸ ਦੇ 4 ਛਪੇਰੇ ਪਾਣੀ ਹੀ ਪਾਣੀ ਹੁੰਦਾ ਅਤੇ ਇਸ ਪਾਣੀ ਨੂੰ ਉਸ ਨੇ ਬਿਨਾਂ ਕਿਸੇ ਬੇੜੀ ਮਲਾਹ ਤੋਂ ਪਾਰ ਕਰਨਾ ਹੁੰਦਾ। ਉੱਥੇ ਕੋਈ ਬੇੜੀ ਜਾਂ ਮਲਾਹ ਵੀ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਹਨ ਕਿ ਇਹੋ ਜਿਹੀ ਥਾਂ ਉੱਤੇ ਜਿੱਥੇ ਜੀਵ ਦੇ ਪ੍ਰਾਣਾਂ ਨੂੰ ਬਹੁਤ ਭਾਰੀ ਮੁਸ਼ਕਲ ਆ ਬਣਦੀ ਹੈ, ਜਿੱਥੇ ਉਸ ਦਾ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੁੰਦਾ, ਜਿੱਥੇ ਉਸ ਦੀ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੁੰਦਾ, ਅਗਰ ਜੇ ਜੀਵ ਨੇ ਆਪਣੇ ਜੀਵਨ ਕਾਲ ਵਿੱਚ ਪ੍ਰਭੂ ਦਾ ਸਿਮਰਨ ਕੀਤਾ ਹੈ ਤਾਂ ਹਰੀ ਦਾ ਨਾਮ ਉੱਥੇ ਉਸ ਦੀ ਤੁਰੰਤ ਸਹਾਇਤਾ ਕਰਦਾ ਅਤੇ ਖਿਨ ਪਲ ਵਿੱਚ ਉਸ ਨੂੰ ਉਸ ਪਾਣੀ ਵਾਲੇ ਲੰਮੇ ਰਸਤੇ ਵਿੱਚੋਂ ਪਾਰ ਲੰਘਾਉਂਦਾ। ਸੋ ਪਿਆਰੀ ਸਾਧ ਸੰਗਤ ਜੀ, ਇੱਥੋਂ ਤੱਕ ਅਸੀਂ 5 ਪੜਾਵਾਂ ਦੀ ਕਥਾ ਸਰਵਣ ਕੀਤੀ ਹੈ। ਪੁਰਾਣਾਂ ਦੇ ਅਨੁਸਾਰ, ਹਿੰਦੂ ਰੀਤੀ ਦੇ ਅਨੁਸਾਰ 5 ਪੜਾਅ, ਮਤਲਬ ਜਮਦੂਤਾਂ ਦੀ ਪਨਿਸ਼ਮੈਂਟ ਮਰ ਜਾਣ ਤੋਂ ਬਾਅਦ ਸੂਖਸ਼ਮ ਸਰੀਰ ਨੂੰ, ਭਾਵ ਆਤਮਾ ਨੂੰ ਜੋ ਮਿਲਦੀ ਹੈ ਉਸ ਦੀ। ਅਤੇ ਗੁਰਬਾਣੀ ਨੇ ਇਸ ਦੀ ਗੱਲ ਇਸ ਪ੍ਰਕਾਰ ਕੀਤੀ ਹੈ ਕਿ ਮਨੁੱਖ ਨੂੰ ਨਾ ਜਮਾਂ ਦੀ ਮਾਰ ਪਵੇ, ਨਾ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਮਿਲੇ ਜੇ ਮਨੁੱਖ ਨੇ ਸਤਸੰਗ ਕੀਤੀ ਹੈ, ਪ੍ਰਭੂ ਦਾ ਨਾਮ ਜਪਿਆ, ਸਿਮਰਨ ਕੀਤਾ, ਚੰਗੇ ਕਰਮ ਕੀਤੇ ਹਨ। ਸੋ ਇਹ ਟੋਟਲ 8 ਪੜਾਅ ਹਨ, 8 ਸਟੈਪ ਹਨ। ਸੋ ਆਪਾਂ 5 ਸਟੈਪ, 5 ਪੜਾਵਾਂ ਦੀ ਗੱਲ ਕੀਤੀ ਹੈ। ਸੋ ਇਸ ਤੋਂ ਅੱਗੇ ਦੀ ਕਥਾ ਆਪਾਂ ਅਗਲੇ ਪਾਰਟ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।